प्रोग्राम रणजीत नगारा देख रहे सारे दर्शकों ਨੂੰ मैं सरबजीत ਸਿੰਘ ਘੁਮਾਣ फतेह अर्ज करता हाँ जी। वाहिगुरू जी का खालसा वाहिगुरू जी की फतेह। ਦਿੱਲੀ ਦੇ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਪ੍ਰੋਟੈਸਟ ਚੱਲ ਰਿਹਾ, ਸੰਘਰਸ਼ ਚੱਲ ਰਿਹਾ, ਉਹਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ। ਟਵਿੱਟਰ ਦੇ ਉੱਤੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗੱਲਾਂ ਬਾਤਾਂ ਲਿਖੀਆਂ ਨੇ ਤੇ ਕੱਲ ਬਠਿੰਡੇ ਵਿੱਚ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਵਿੱਚ ਮੋਟੇ ਤੌਰ ਦੇ ਉੱਤੇ ਬਾਦਲ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ, ਸਿੱਖਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਹੈ, ਸਮਝਾਉਣਾ ਚਾਹਿਆ, ਮੱਤਾਂ ਦਿੱਤੀਆਂ ਨੇ ਕਿ ਜਿਹੜੀ ਭਾਜਪਾ ਵਾ ਉਹ ਬਹੁਤ ਮਾੜੀ ਪਾਰਟੀ ਆ ਤੇ ਭਾਜਪਾ ਜਿਹੜੀ ਆ ਉਹ ਦੇਸ਼ ਦੇ ਵਿੱਚ ਫਿਰਕੂਪੁਣਾ ਵਧਾ ਰਹੀ ਆ ਤੇ ਉਹਨੂੰ ਕੋਈ ਝਿਜਕ ਨਹੀਂ ਹੈਗੀ ਤੇ ਉਹ ਮੁਲਕ ਨੂੰ ਫਿਰਕੂ ਅੱਗ ਵਿੱਚ ਝੋਕਣ ਨੂੰ ਤਿਆਰ-ਬਰ ਤਿਆਰ ਆ ਤੇ ਮੁਲਕ ਦੇ ਵਿੱਚ ਜਿਹੜੇ ਹਿੰਦੂ ਸਿੱਖਾਂ ਦੇ ਰਿਸ਼ਤੇ ਨੇ ਉਹਦੇ 'ਚ ਖੂਨ ਖਰਾਬਾ ਕਰਨਾ ਚਾਹੁੰਦੀ ਆ, ਪੰਜਾਬ ਦੇ ਵਿੱਚ ਨਫ਼ਰਤ ਫੈਲਾਉਣਾ ਚਾਹੁੰਦੀ ਆ, ਧਰਮ ਦੇ ਆਧਾਰ ਦੇ ਉੱਤੇ ਲੋਕਾਂ 'ਚ ਵੰਡੀਆਂ ਪਾ ਰਹੀ ਆ। ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਲੰਮੀਆਂ ਚੌੜੀਆਂ ਜਿਹੜੀਆਂ ਨੇ ਉਹ ਕਰਕੇ ਫਿਰ ਕਿਹਾ ਬਈ ਜਿਹੜਾ ਭਾਜਪਾ ਵਾ ਬਈ ਇਹ ਕਿਸਾਨਾਂ ਨੂੰ ਜਿਹੜੀ ਆ ਭੰਡ ਰਹੀ ਆ। ਇਹ ਜਿਹੜੀ ਧਿਰ ਇਹਨਾਂ ਭਾਜਪਾਈਆਂ ਦੇ ਹੱਕ ਵਿੱਚ ਬੋਲਦੀ ਆ ਜਾਂ ਕੋਈ ਬੰਦਾ ਹੱਕ 'ਚ ਬੋਲਦਾ ਉਹਨੂੰ ਦੇਸ਼ ਭਗਤ ਕਹਿ ਦਿੰਦੇ ਆ ਤੇ ਫਿਰ ਜਦੋਂ ਕਿਤੇ ਉਹਦੇ ਨਾਲ ਉਹ ਬੰਦਾ ਅਸਹਿਮਤੀ ਦਿਖਾਵੇ ਤਾਂ ਫਿਰ ਉਹਨੂੰ ਕਹਿੰਦੇ ਆ ਜੀ ਇਹ ਅੱਤਵਾਦੀ ਆ ਜਾਂ ਦੇਸ਼ ਦੇ ਗਦਾਰ ਨੇ। ਕਾਫੀ ਗਹਿ ਕੱਢਵੀਆਂ ਜੀਆਂ ਗੱਲਾਂ ਬਾਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਹੈਗੀਆਂ ਤੇ ਉਹ ਸਾਰੀ ਜਿਹੜੀ ਗੱਲਬਾਤ ਸਟੇਟਮੈਂਟ ਦੇ ਰੂਪ ਵਿੱਚ ਜਾਂ ਪ੍ਰੈਸ ਦੇ ਵਿੱਚ ਤਾਂ ਚਲੋ ਕਹੀ ਹੋਈ ਆ। ਉਹਨਾਂ ਨੇ ਇੱਕ ਜਿਹਨੂੰ ਕਹਿੰਦੇ ਆ ਟਵੀਟ ਕੀਤਾ, ਜਿਵੇਂ ਫੇਸਬੁੱਕ ਵਾ, ਵਟਸਐਪ ਆ, ਉਵੇਂ ਇੱਕ ਟਵਿੱਟਰ ਵਾ, ਟਵਿੱਟਰ ਦੇ ਉੱਤੇ ਟਵੀਟ ਕੀਤਾ। ਉਹਦੇ ਵਿੱਚ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਇਹ ਭਾਜਪਾ ਜਿਹੜੀ ਆ ਇਹ ਟੁਕੜੇ ਗੈਂਗ ਆ ਤੇ ਇਹ ਹਿੰਦੂਆਂ ਨੂੰ ਸਿੱਖਾਂ ਦੇ ਖਿਲਾਫ ਭੜਕਾ ਰਹੀ ਆ ਤੇ ਭਾਜਪਾ ਨੂੰ ਖੇਤੀ ਕਾਨੂੰਨਾਂ ਦੇ ਉੱਤੇ ਮਸਲੇ ਉੱਤੇ ਹੰਕਾਰੀ ਰਵੱਈਆ ਤਿਆਗ ਕੇ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਹੈ ਤੇ ਉਹਨਾਂ ਨੇ ਚੇਤਾਵਨੀ ਦਿੰਦਿਆਂ ਭਾਜਪਾ ਨੂੰ ਕਿਹਾ ਕਿ ਹਿੰਦੂਆਂ ਨੂੰ ਸਿੱਖਾਂ ਖਿਲਾਫ ਭੜਕਾਉਣ ਤੋਂ ਗਰੇਜ ਕਰੋ। ਉਹਨੇ ਕਿਹਾ ਕਿ ਜੇ ਕੋਈ ਕੇਂਦਰ ਦੇ ਪੱਖ ਵਿੱਚ ਬੋਲਦਾ ਤਾਂ ਉਹਨੂੰ ਦੇਸ਼ ਭਗਤ ਤੇ ਜਿਹੜਾ ਖਿਲਾਫ ਬੋਲਦਾ ਉਹਨੂੰ ਟੁਕੜੇ ਗੈਂਗ ਕਹਿੰਦੇ ਆ ਤੇ ਕਾਫੀ ਇਹਦੇ ਵਿੱਚ ਵੀ ਟਵੀਟ ਦੇ ਵਿੱਚ ਵੀ ਬੜੀਆਂ ਤਿੱਖੀਆਂ ਗੱਲਾਂ ਕੀਤੀਆਂ ਨੇ। ਗੱਲ ਇਹ ਹੈ ਵੀ ਜਿਵੇਂ ਕੋਈ ਸਾਰੀ ਉਮਰ ਵੇਸਵਾ ਬਿਰਤੀ ਵਿੱਚ ਰਹੀ ਹੋਵੇ ਜਨਾਨੀ, ਮਾੜੇ ਧੰਦਿਆਂ 'ਚ ਰਹੀ ਹੋਵੇ ਜਨਾਨੀ ਤੇ ਬਾਅਦ ਵਿੱਚ ਉਹ ਕੁਆਰੀਆਂ ਧੀਆਂ ਬੱਚੀਆਂ ਨੂੰ ਬਿਠਾ ਕੇ ਜੱਤ ਸੱਤ ਕਾਇਮ ਰੱਖਣ ਬਾਰੇ ਮੱਤਾਂ ਦੇਵੇ ਤਾਂ ਜਿਨ੍ਹਾਂ ਨੇ ਉਹਦਾ ਮਾੜਾ ਵਕਤ, ਭੈੜਾ ਵਕਤ ਦੇਖਿਆ ਹੁੰਦਾ ਉਹਨਾਂ ਨੂੰ ਬੜਾ ਅਜੀਬ ਜਿਹਾ ਲੱਗਦਾ। ਵੈਸੇ ਤੈਨੂੰ ਜਾਣਦੇ ਹੀ ਆ, ਐਵੇਂ ਹੀ ਕੋਈ ਚੋਰ, ਡਾਕੂ, ਕੋਈ ਕਾਤਲ, ਕੋਈ ਦਰਿੰਦਾ, ਕੋਈ ਸਿਰ ਫਿਰਿਆ ਇਹੋ ਜਿਹਾ ਵਿਅਕਤੀ ਜਿਹੜਾ ਨਿਰਦਈ ਕਾਤਲ ਹੋਵੇ, ਨਿੱਕੇ ਮਾਸੂਮ ਬੱਚਿਆਂ ਤੋਂ ਲੈ ਕੇ ਬਿਰਧ ਮਾਈਆਂ ਕਿਸੇ ਨੂੰ ਨਾ ਬਖਸ਼ਦਾ ਹੋਵੇ, ਜਿਹਨੇ ਸਾਰੀ ਉਮਰ ਚੋਰੀਆਂ ਨਾਲ, ਡਾਕਿਆਂ ਨਾਲ ਹੀ ਟਾਈਮ ਆਪਦਾ ਕੱਢਿਆ ਹੋਵੇ, ਉਹ ਬੰਦਾ ਬਾਅਦ 'ਚ ਧਰਮਾਤਮਾ ਪੁਰਸ਼ ਬਣ ਕੇ ਜੇਕਰ ਲੋਕਾਂ ਨੂੰ ਮਤਾਂ ਦੇਵੇ, ਕਹੇ ਵੀ ਚੋਰੀ ਡਾਕੇ ਬੜੀ ਮਾੜੀ ਚੀਜ਼ ਆ, ਤਾਂ ਬੜਾ ਅਜੀਬ ਜਿਹਾ ਲੱਗਦਾ ਹੁੰਦਾ। ਇਹੋ ਜਿਹਾ ਹੀ ਕੁਝ ਮੈਨੂੰ ਇਸ ਵੇਲੇ ਮਹਿਸੂਸ ਹੋ ਰਿਹਾ। ਮੈਂ ਪੰਜਾਬ ਦੇ ਵਿੱਚ, ਪੰਥ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਆਲੇ ਦੁਆਲੇ ਮੇਰੇ ਸਮੇਤ ਇਹੋ ਜਿਹੇ ਭੈਣ ਭਰਾ ਨੇ ਜਿਨ੍ਹਾਂ ਨੇ ਇਸ ਗੱਲ ਦਾ ਬੜਾ ਸੰਤਾਪ ਝੱਲਿਆ ਕਿਉਂਕਿ ਅਸੀਂ ਇਹ ਗੱਲ ਕਹਿ ਬੈਠੇ ਜਾਂ ਕਹਿੰਦੇ ਰਹੇ ਕਿ ਬਾਦਲ ਦਲ ਵਾਲਿਓ ਜਿਹੜਾ ਇਹ ਤੁਸੀਂ ਕੰਡਿਆਲਾ ਬੂਟਾ ਲਾ ਰਹੇ ਹੋ ਨਾ ਪੰਜਾਬ ਦੇ ਵਿੱਚ, ਪੰਥ ਦੇ ਵਿਹੜੇ 'ਚ ਭਾਜਪਾ ਦਾ ਬੂਟਾ, RSS ਦਾ, ਰਾਸ਼ਟਰੀ ਸਿੱਖ ਸੰਗਤ ਦਾ, ਵੀ ਇਹ ਸਾਨੂੰ ਲੈ ਕੇ ਬਹਿ ਜੂਗਾ।
ਜਿਹੜੇ ਜਿਹੜੇ ਬੰਦੇ ਨੇ ਪੰਥ ਅਤੇ ਪੰਜਾਬ ਦੇ ਲਈ ਬਾਦਲਕਿਆਂ ਦੀਆਂ ਗਲਤ ਨੀਤੀਆਂ ਦਾ ਪਿਛਲੇ ਸਮੇਂ ਵਿੱਚ ਵਿਰੋਧ ਕੀਤਾ, ਉਹਦਾ ਹਸ਼ਰ ਬੜਾ ਮਾੜਾ ਹੋਇਆ। ਮੈਂ ਇੱਥੇ ਇੱਕ ਗੱਲ ਚਾਤੀ ਜੀ ਦੱਸਣੀ ਹੈ ਕਿ ਸਨ 2007 ਦੇ ਵਿੱਚ ਮੇਰਾ ਆਨੰਦ ਕਾਰਜ ਹੋਏ ਨੂੰ 4-5 ਮਹੀਨੇ ਹਜੇ ਹੋਏ ਸੀ। ਡੇਰਾ ਸਰਸਾ ਵਾਲਾ ਉਦੋਂ ਪੂਰਾ ਮਸਲਾ ਭਖਿਆ ਹੋਇਆ ਸੀ। ਮੇਰੇ ਇੱਕ ਕਰੀਬੀ ਮੇਰਾ ਮਿੱਤਰ ਸੀ, ਉਹਦੀ ਕਾਰ ਦੇ ਬਾਰੇ ਖਬਰ ਆਈ ਵੀ ਉਹਦੇ ਕਾਰ ਦੇ ਵਿੱਚੋਂ ਜੀ ਅਸਲਾ ਬਰੂਦ ਫੜਿਆ ਗਿਆ। 2007 ਦੀ 1 ਸਤੰਬਰ ਦੀ ਗੱਲ ਹੈ। ਮੈਨੂੰ ਦਾਖੇ ਥਾਣੇ 'ਚ ਮੁੱਲਾਂਪੁਰ ਦੇ ਵਿੱਚ ਸੱਦਿਆ ਗਿਆ। ਮੈਂ ਆਪਦੀ ਸਟੇਟਮੈਂਟ ਦਿੱਤੀ, ਗੱਲ ਇੱਕ ਵਾਰੀ ਖਤਮ ਹੋ ਗਈ ਵੀ ਠੀਕ ਆ ਜੀ, ਬੜੀ ਦੁਨੀਆ ਜਾਣਦੀ ਆ, ਉਹ ਵੀ ਜਾਣਦੇ ਆ, ਗੁਰਪ੍ਰੀਤ ਸਿੰਘ ਹੋਣੀ ਵੀ, ਕੋਈ ਚੱਕਰ ਨਹੀਂ। ਸਮਾਂ ਬੀਤਿਆ, ਬਾਅਦ 'ਚ 14 ਅਕਤੂਬਰ ਨੂੰ ਲੁਧਿਆਣੇ ਸ਼ਿੰਗਾਰ ਸਿਨੇਮੇ 'ਚ ਬਲਾਸਟ ਹੋ ਗਿਆ। 15 ਤਰੀਕ ਨੂੰ ਮੈਨੂੰ ਸੁਨੇਹਾ ਆਇਆ ਉੱਥੋਂ ਲੁਧਿਆਣਿਓਂ ਸੀਏ ਸਟਾਫ ਤੋਂ ਵੀ ਪੇਸ਼ ਹੋਵੋ। 16 ਨੂੰ ਮੈਂ ਪੇਸ਼ ਹੋਇਆ। 17 ਦੇ ਅਖਬਾਰ ਦੇ ਅਜੀਤ ਦੇ ਫਰੰਟ ਪੇਜ ਤੇ ਖਬਰ ਦੇਤੀ ਵੀ ਇਹ ਜੀ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਵਿੱਚ ਸਰਬਜੀਤ ਸਿੰਘ ਘੁਮਾਣ ਗ੍ਰਿਫਤਾਰ ਹੋ ਗਏ। ਮੈਂ ਹਾਲਾਂਕਿ ਖੁਦ ਗਿਆ ਸੀ ਵੀ ਜਦੋਂ ਆਪਾਂ ਚੋਰ ਨਹੀਂ ਚੋਰ ਦੇ ਭਾਈਵਾਲ ਨਹੀਂ, ਚਲੋ ਤੇ ਚਲੀਏ। 33 ਦਿਨ ਮੈਂ ਇਲੀਗਲ ਡਿਟੈਂਸ਼ਨ ਉੱਥੇ ਕੱਟੀ। ਉੱਥੇ ਇੱਕ ਜਾਇਸਵਾਲ ਕਰਕੇ ਅਫਸਰ ਸੀ, ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਦਾ, ਬਾਦਲ ਪਰਿਵਾਰ ਦਾ ਵੀ ਕਾਫੀ ਚਹੇਤਾ ਹੈ। ਖੈਰ ਜੀ, ਉਹਨੇ ਜਾਂ ਉੱਥੇ ਐਸਪੀਡੀ ਗੁਰਪ੍ਰੀਤ ਸਿੰਘ ਤੂਰ, ਅਰਵਿੰਦ ਪੁਰੀ, ਜਸਵਿੰਦਰ ਸਿੰਘ ਮਾਂਗਟ ਅਤੇ ਹੋਰ ਜਿੰਨੇ ਪੁਲਿਸ ਅਫਸਰ ਸੀਗੇ, ਇਹਨਾਂ ਸਾਰਿਆਂ ਨੂੰ ਮੈਂ ਆਖਿਆ ਇੱਕ ਦਿਨ, ਮੈਂ 33 ਦਿਨ ਉੱਥੇ ਇਲੀਗਲ ਡਿਟੈਂਸ਼ਨ ਜਦੋਂ ਕੱਟੀ, ਕਿ ਤੁਹਾਨੂੰ ਹੁਣ ਨਿੱਕੀ ਤੋਂ ਨਿੱਕੀ ਗੱਲ ਦਾ ਪਤਾ ਲੱਗ ਗਿਆ, ਤੁਸੀਂ ਮੇਰੇ ਨਾਲ ਜੋ ਕਰਨਾ ਸੀ ਕਰ ਲਿਆ, ਚਲੋ ਤੁਹਾਡਾ ਇਹ ਅੰਦਾਜ਼ ਆ ਕਿ ਜਿਹੜਾ ਇੱਥੇ ਆ ਗਿਆ ਸੀਏ ਸਟਾਫ ਵੀ ਉਹਨੂੰ ਟੰਗ ਦਿਓ। ਮੈਂ ਉਹ ਸਾਰਾ ਕੁਝ ਝੱਲ ਲਿਆ। 3 ਰਾਤਾਂ 3 ਦਿਨ ਤੁਸੀਂ ਮੈਨੂੰ ਸੌਣ ਨਹੀਂ ਦਿੱਤਾ। ਬਹੁਤ ਮੈਂ ਕਸ਼ਟ ਕੱਟ ਰਿਹਾ, ਪਰ ਹੁਣ ਤੁਹਾਨੂੰ ਗਰੰਟੀ ਹੋ ਗਈ ਆ ਕਿ ਇਸ ਸ਼ਖਸ ਦਾ ਇਸ RDX ਵਾਲੇ ਸਾਰੇ ਪ੍ਰਕਰਨ ਨਾਲ ਜਾਂ ਇਸ ਬੰਬ ਧਮਾਕੇ ਨਾਲ ਕੋਈ ਲਿੰਕ ਨਹੀਂ। ਹਾਂ, ਇਹਦਾ ਮਿੱਤਰਚਾਰਾ, ਇਹਦੇ ਆਲੇ ਦੁਆਲੇ ਵਾਕਫ ਲੋਕ ਨੇ ਤੇ ਸਮਾਜ ਵਿੱਚ ਵਿਚਰਨ ਵਾਲੇ ਬੰਦੇ ਨੂੰ ਦੁਨੀਆ ਜਾਣਦੀ ਹੁੰਦੀ ਆ। ਕੋਈ ਤੁਹਾਨੂੰ ਕੋਈ ਨਿੱਕਾ ਜਿਹਾ ਮਾਮੂਲੀ ਹਿੰਟ ਨਹੀਂ ਮਿਲ ਰਿਹਾ। ਤੇ ਹੁਣ ਮੇਰਾ ਖਹਿੜਾ ਛੱਡੂ ਤਾਂ ਇਹ ਕਹਿਣ ਲੱਗੇ ਬਈ ਗੁਰਪ੍ਰੀਤ ਸਿੰਘ ਤੂਰ, ਜੈਸਵਾਲ ਹੋਣੀ। ਮੈਂ ਕਿਹਾ ਵੀ ਜਾਂ ਤਾਂ ਮੇਰੇ ਤੇ ਪਰਚਾ ਦਰਜ ਕਰਕੇ ਕੋਈ ਮੈਨੂੰ ਅੰਦਰ ਕਰ ਦੋ। ਆ ਮੇਰਾ ਇੱਥੇ ਸੀਏ ਸਟਾਫ ਬਿਠਾਇਆ ਹੋਇਆ 33-34 ਦਿਨ ਹੋ ਗਏ, ਤੇ ਇੱਥੇ ਕੋਈ ਹੁਣ ਕੋਈ ਚੱਜ ਹਾਲ ਦੀ ਥਾਂ ਤਾਂ ਹੈ ਨਹੀਂ ਵੀ ਜਿੱਥੇ ਅਸੀਂ ਆਰਾਮ ਨਾਲ ਬੈਠੇ ਰਹੀਏ। ਇੱਥੇ ਤਾਂ ਦੁੱਖ, ਦਰਦ, ਤਕਲੀਫਾਂ ਨੇ ਲੋਕਾਂ ਦਾ। ਮੈਂ ਜਦੋਂ ਗੱਲ ਕਹੀ ਤਾਂ ਉਹ ਕਹਿੰਦੇ ਜੀ ਵੀ ਅਸਲ ਵਿੱਚ ਗੱਲ ਇਹ ਹੈਗੀ ਆ ਕਿ ਜਿੰਨਾ ਟਾਈਮ ਉਹ ਸਾਰੇ ਬੰਦੇ ਫੜੇ ਨਹੀਂ ਜਾਂਦੇ ਤੇ ਉਹਨਾਂ ਤੋਂ ਕ੍ਰਾਸ ਐਗਜ਼ਾਮੀਨੇਸ਼ਨ, ਕ੍ਰਾਸ ਕੁਐਸਚਨ ਕਰਕੇ ਫਿਰ ਤੁਹਾਡੀ ਅਸੀਂ ਇੱਦਾਂ। ਤੇ ਮੈਂ ਕਿਹਾ ਉਹਦਾ ਚਾਹੇ ਸਾਲ ਨਾ ਫੜੇ ਜਾਣ, ਕਹਿੰਦੇ ਫਿਰ ਇੱਦਾਂ ਹੀ ਆ ਜੀ। ਮੈਂ ਕਿਹਾ ਤੁਸੀਂ ਮੇਰਾ ਤਾਂ ਜਲੂਸ ਕੱਢਦਾ, ਇੱਥੇ ਅਖਬਾਰਾਂ 'ਚ ਤੁਸੀਂ ਖਬਰ ਦੇਤੀ ਆ ਵੀ ਇਹ ਬੰਬ ਧਮਾਕੇ ਦਾ ਦੋਸ਼ੀ ਆ। ਮੈਂ ਇਸ ਸ਼ਹਿਰ ਦੇ ਵਿੱਚ, ਇੱਥੇ ਮੇਰਾ ਲੋਕਲ ਇਹ ਹੋਮ ਟਾਊਨ ਆ, ਇੱਥੇ ਲੁਧਿਆਣੇ 'ਚ ਮੈਂ ਜਦੋਂ ਫਿਰੂੰਗਾ ਤੁਰੂੰਗਾ ਤੇ ਲੋਕ ਕਹਿਣਗੇ ਵੀ ਆਹ 8 ਬੇਦੋਸ਼ੇ ਲੋਕਾਂ ਦਾ ਕਾਤਲ ਬੰਬ ਧਮਾਕੇ ਕਰਦਾ ਫਿਰਦਾ। ਤੁਸੀਂ ਮੇਰਾ ਤਾਂ, ਉਹ ਕਹਿੰਦੇ ਜੀ ਮਤਲਬ ਕੋਈ ਪਰਵਾਹ ਨਹੀਂ ਉਹਨਾਂ ਨੂੰ। ਉਹ ਕਹਿੰਦੇ ਜੀ ਦੇਖੋ ਹੁਣ ਜਿਹੜੇ ਅਸਲੀ ਜਿਹਨੇ ਕੀਤੀ ਆ ਵਾਰਦਾਤ, ਉਹ ਹੁਣ ਮਤਲਬ ਇਸ ਵਹਿਮ 'ਚ ਹੋਣਾ ਵੀ ਉਹਨਾਂ ਨੇ ਤਾਂ ਜੀ ਘੁਮਾਣ ਫੜ ਲਿਆ ਹੈਗਾ ਤੇ ਗੱਲ ਆਪਾਂ ਸੇਫ ਹਾਂ, ਤੇ ਤੂੰ ਕੋਈ ਗੱਲ ਨਹੀਂ, ਤੈਨੂੰ ਆਪਾਂ ਜਦੋਂ ਤੂੰ ਸੱਚਾ ਤੈਨੂੰ ਆਪਾਂ ਛੱਡ ਦਿਆਂਗੇ ਜੇ ਉਹ। ਬੜਾ ਜੀ ਉੱਥੇ ਗਲਤ ਜਿਹਾ ਮਾਹੌਲ ਸੀ। ਤੇ ਮੈਂ ਹੈਰਾਨ ਆ ਇਸ ਗੱਲ ਤੇ, ਕਈ ਬੰਦੇ ਆ ਜਿਹੜੇ ਇਹਨਾਂ ਅਫਸਰਾਂ ਦੀ ਬੜੀ ਇੱਜ਼ਤ ਕਰਦੇ ਆ, ਅਗੇ ਜੀ ਬੜੇ ਪਾਠੀ ਆ, ਪਾਠ ਕਰਦੇ ਆ, ਬੜੇ ਜੀ ਸੱਚੇ ਸੁੱਚੇ ਕਾਹਦੇ ਆ, ਲਹੂ ਪੀਣ ਵਾਲੀਆਂ ਜੋਕਾਂ ਨੇ, ਉਸ ਸਿਸਟਮ ਦਾ ਹਿੱਸਾ ਨੇ ਜਿਹਨੇ ਮਨੁੱਖਤਾ ਦਾ ਘਾਣ ਕਰਨਾ ਸ਼ੁਰੂ ਕੀਤਾ ਹੋਇਆ। ਤੋ ਇਹ ਗੱਲ ਚਲੋ ਇੱਥੇ ਮੈਂ ਉਦੋਂ ਬਾਅਦ ਵਿੱਚ ਜਿਹੜਾ ਸੀਗਾ ਹਾਈ ਕੋਰਟ 'ਚ ਪੇਸ਼ ਹੋ ਗਿਆ ਜਾ ਕੇ, ਇੱਥੋਂ ਕਿਸੇ ਤਰੀਕੇ ਨਾਲ ਨਿਕਲਿਆ, ਝੂਠ ਤਪਾਨ ਬੋਲ ਕੇ ਵੀ ਮੈਂ ਕੱਲ੍ਹ ਨੂੰ ਆ ਜੂੰ, 18 ਨਵੰਬਰ ਨੂੰ ਮੈਂ ਪੇਸ਼ ਹੋ ਜੂੰ। ਤੇ ਮੈਂ ਜਾ ਕੇ ਜੀ ਉੱਥੇ ਹਾਈ ਕੋਰਟ 'ਚ ਭਾਜੀ ਨਵਕਿਰਨ ਸਿੰਘ ਐਡਵੋਕੇਟ ਹੋਣਾ ਦੇ ਰਾਹੀਂ ਹਾਈ ਕੋਰਟ 'ਚ ਸਰੈਂਡਰ ਕਰਤਾ। ਉੱਥੇ ਮੈਂ ਸਾਰੀ ਗੱਲ ਦੱਸੀ ਵੀ ਆਹ ਕੁਛ ਮੇਰੇ ਨਾਲ, ਮੈਂ ਉੱਥੇ ਆਹ ਦੇਖਿਆ। ਉਹ ਸਾਰੀ ਜਦੋਂ ਉੱਥੇ ਲਿਖ ਕੇ ਦਿੱਤੀ, ਇਹਨਾਂ ਨੂੰ ਨੋਟਿਸ ਹੋ ਗਿਆ ਵੀ ਇੰਨੀ ਤਰੀਕ ਨੂੰ ਆ ਕੇ ਭਾਈ ਦੱਸੋ ਤੁਸੀਂ ਕਿਉਂ ਇਹਨੂੰ ਤੰਗ ਕਰਦੇ ਹੋ, ਕਿਉਂ ਇਹਨੂੰ ਫੜਿਆ ਸੀ। ਇਸ ਸਮੇਂ ਦੌਰਾਨ ਮੈਨੂੰ ਕੁਛ ਮੇਰੇ ਆਲੇ ਦੁਆਲੇ ਵਿੱਚੋਂ ਬੰਦਿਆਂ ਨੇ ਕਿਹਾ ਕਿ ਦੇਖੋ ਤੁਸੀਂ ਪਿਛਲੇ ਸਮੇਂ 'ਚ ਜੋ ਕੁਛ ਹੋਣਾ ਸੀ ਉਹ ਹੋ ਗਿਆ, ਹੁਣ ਅਕਾਲੀ ਦਲ ਦਾ ਰਾਜ ਆ ਤੇ ਆਪਾਂ ਨੂੰ ਚਾਹੀਦਾ ਕਿ ਇਹਨਾਂ ਨਾਲ ਮੇਲ ਵਰਤਨ ਕਰਕੇ ਇਹਨਾਂ ਨੂੰ ਦੱਸੀਏ ਆਪਣੇ ਬੰਦਿਆਂ 'ਚ ਹੁਣ ਬਈ ਧੱਕਾ ਹੋਈ ਜਾਵੇ। ਠੀਕ ਆ ਕਿ ਕਾਂਗਰਸ ਦੇ ਰਾਜ ਵਿੱਚ ਜ਼ੁਲਮ ਹੁੰਦਾ ਸੀ, ਉਦੋਂ ਤੁਹਾਡੇ ਨਾਲ ਜੋ ਹੋਣਾ ਸੀ ਉਹ ਹੋ ਗਿਆ,
ਪਰ ਹੁਣ ਤਾਂ ਆਪਣਾ ਆਪਦਾ ਰਾਜ ਆ ਜੀ ਅਕਾਲੀ ਦਲ ਦਾ। ਸੋ ਮੈਂ ਆਪਦੇ ਆਲੇ ਦੁਆਲੇ ਵਿੱਚੋਂ ਸੱਜਣ ਪਿਆਰਿਆਂ ਦੇ ਨਾਲ ਸੰਪਰਕ ਦੇ ਵਿੱਚ ਉਹਨਾਂ ਦੇ ਕਹਿਣ ਤੇ ਜਾਂ ਆਪ ਵੀ ਬੰਦਾ ਜਦੋਂ ਫਸਿਆ ਹੁੰਦਾ ਉਦੋਂ ਕਰਦਾ ਹੀ ਹੀਲਾ ਵਸੀਲਾ। ਮੈਂ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੂੰ ਮਿਲਿਆ, ਉਹਨਾਂ ਨੇ ਅੱਗੇ ਸਰਦਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਉਦੋਂ ਕੈਪਟਨ ਕਮਲਜੀਤ ਸਿੰਘ ਉਦੋਂ ਸੀਗੇ, ਜਿਉਂਦੇ ਸੀ, ਹੁਣ ਬਾਅਦ ਚ ਚੜ੍ਹਾਈ ਕਰ ਗਏ, ਉਹ ਹੁਣ ਦੀ ਡੈਥ ਹੋ ਗਈ, ਮੌਤ ਹੋ ਗਈ। ਉਹਨਾਂ ਤੱਕ ਮੈਂ ਸੈਕਟਰੀਏਟ ਮੈਨੂੰ ਇਹ ਲੈ ਕੇ ਗਏ, ਉੱਥੇ ਸਾਰਾ ਕੁਝ ਜਿਹੜਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਇਹ ਇੱਕ ਸਿੱਖ ਬੱਚਾ ਹੈ, ਠੀਕ ਆ, ਪੰਥ ਦਾ ਦਰਦ ਰੱਖਦਾ, ਤੇ ਇਹਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਤੇ ਸ਼ਿੰਗਾਰ ਸਿਨੇਮਾ ਬੰਬ ਕਾਂਡ 'ਚ ਫਰੇਮ ਕੀਤਾ ਜਾ ਰਿਹਾ, ਤੇ ਇਹਦਾ ਹੱਲ ਜਿਹੜਾ ਹੈਗਾ ਉਹ ਆਪਾਂ ਨੂੰ ਕਰਨਾ ਚਾਹੀਦਾ। ਹੁਣ ਇਹ ਸਾਰੇ ਅਕਾਲੀ ਆਗੂ ਜਿਹੜੇ ਸੀਗੇ, ਇਹਨਾਂ ਚੋਂ ਹਰੇਕ ਨੂੰ ਮੇਰੀ ਗੱਲ ਉੱਤੇ ਯਕੀਨ ਸੀ ਤੇ ਇਹ ਗੱਲ ਹੈ ਵੀ ਸੱਚੀ ਸੀ ਕਿ ਮੇਰਾ ਕੋਈ ਇਸ ਤਰ੍ਹਾਂ ਦੀ ਵਾਰਦਾਤ 'ਚ ਕੋਈ ਸੰਬੰਧ, ਕੋਈ ਗੱਲ ਨਹੀਂ ਸੀ। ਪਰ ਇਹਨਾਂ ਨੇ ਕਿਹਾ ਵੀ ਤੁਸੀਂ ਮਤਲਬ ਮੈਨੂੰ ਉੱਥੇ ਜਿਹੜਾ ਸੀ ਚੰਦੂ ਮਾਜਰਾ ਦੇ ਪੰਜੋਲੀ ਹੋਣਾ ਦੇ ਨਾਲ ਫਿਰਦਿਆਂ ਫਰੋਂਦਿਆਂ ਇਹ ਗੱਲ ਆਪਦੀ ਕਰਦਿਆਂ ਕਾਫੀ ਵਕਤ, ਕਾਫੀ ਦਿਨ ਮੇਰੇ ਖਰਾਬ ਹੋਏ। ਅਖੀਰ ਜਾਣੀ ਕਿ ਗੱਲ ਨਿਬੜੀ ਇਹ ਕਿ ਜਿਸ ਬਾਦਲ ਦਲ ਤੋਂ ਮੈਨੂੰ ਪੂਰੀ ਐਂ ਸੀ ਕਿ ਯਾਰ ਠੀਕ ਹੈ, ਬੰਦੇ ਸਾਰੇ ਕਹਿੰਦੇ ਆ ਤਾਂ ਕੋਈ ਗੱਲ ਵਿੱਚ ਹੋਊਗੀ, ਕੋਈ ਗੱਲ ਬਣੂਗੀ। ਇਸ ਬਾਦਲ ਦਲ ਨੇ ਵੀ ਉਹੀ ਕੁਛ ਕੀਤਾ ਜਿਹੜਾ ਕਾਂਗਰਸ ਦੇ ਰਾਜ ਵਿੱਚ ਹੋਣਾ ਸੀ। ਕਿਉਂਕਿ ਮੈਨੂੰ ਪਤਾ ਲੱਗਿਆ ਬਾਅਦ ਵਿੱਚ ਬਈ ਜਿਹੜੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਆ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਬੰਦਾ ਤਾਂ ਹਾਈ ਕੋਰਟ 'ਚ ਵੀ ਪੇਸ਼ ਹੋ ਗਿਆ ਸਾਡੇ ਖਿਲਾਫ ਤੇ ਹੁਣ ਪੋਲੀਟੀਕਲੀ ਵੀ ਚਲੇ ਗਿਆ ਹੈਗਾ, ਅੱਗੇ ਉਹ ਬਾਦਲ ਸਰਕਾਰ ਤੱਕ ਪਹੁੰਚ ਗਿਆ, CM ਤੱਕ ਪਹੁੰਚ ਗਿਆ ਹੈਗਾ, ਬਈ ਆਪਾਂ ਹੁਣ ਹੈ ਤਾਂ ਝੂਠੇ ਸੀ, ਮੈਂ ਸੱਚਾ ਸੀ। ਪਰ ਉਹਨਾਂ ਨੇ ਕੀ ਕੀਤਾ ਬਈ ਇਹਨਾਂ ਨੂੰ DGP ਔਲਖ ਹੁੰਦੇ ਸੀ ਉਦੋਂ, NPS ਔਲਖ ਸ਼ਾਇਦ, ਉਹਨਾਂ ਨੇ DGP ਨੂੰ ਕਿਹਾ, ਲੁਧਿਆਣੇ ਵਾਲੇ ਅਫਸਰ ਸ਼ਾਹੀ ਨੇ, ਤੇ ਉਹ ਹੀ ਤੋਤਾ ਪੜਾਤਾ ਵੀ ਉਹ ਤਾਂ ਜੀ ਤੈਨੂੰ ਮਾਰਨ ਨੂੰ ਫਿਰਦੇ ਸੀ, ਉਹ ਤਾਂ ਜੀ ਜੇ ਸੀ ਬੋ ਸੀ, ਪਤਾ ਨਹੀਂ ਕੀ ਕੁਛ ਭਕਾਈ ਮਾਰੀ। ਤੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੁਲਿਸ ਦਾ ਯਕੀਨ ਕੀਤਾ, ਆਪਦੇ ਅਕਾਲੀ ਆਗੂ ਕਹਿ ਕੇ ਜਿਹੜੇ ਉਹਨੂੰ ਪਿੱਟਦੇ ਸੀ ਕਿ ਉਹਨੇ ਕੁਛ ਨਹੀਂ ਕੀਤਾ ਹੋਇਆ, ਉਹ ਇੱਕ ਹਾਲਾਤਾਂ ਦਾ ਸ਼ਿਕਾਰ ਬੰਦਾ ਤੇ ਉਹਦੇ ਨਾਲ ਮਾੜਾ ਹੋ ਰਿਹਾ। ਹੁਣ ਜੇਕਰ ਬਾਦਲਕਿਆਂ ਦੇ ਰਾਜ ਵਿੱਚ ਵੀ ਸਾਡੇ ਨਾਲ ਇਹੀ ਕੁਝ ਹੋਣਾ ਹੈ, ਬੇਦੋਸ਼ੀਆਂ ਨੂੰ ਦਹਿਸ਼ਤਗਰਦ ਅੱਤਵਾਦੀ ਗਰਦਾਨ ਕੇ 3.5 ਸਾਲ ਨਾਭੇ ਜੇਲ੍ਹ, ਅਖੀਰ 2010 ਦੇ ਵਿੱਚ ਕੇਸ ਤੋਂ ਬਰੀ ਤਾਂ ਹੋ ਗਏ। ਪਰ ਇਹ ਗੱਲ ਮਨ ਵਿੱਚ ਪਹਿਲਾਂ ਤਾਂ ਮਾੜਾ ਮੋਟਾ ਕਦੇ ਸੋਚ ਲਈਦਾ ਸੀ ਵੀ ਯਾਰ ਨਹੀਂ, ਅਕਾਲੀ ਨੇ ਨੀਲੀ ਦਸਤਾਰ, ਮੈਂ ਉੱਥੇ ਜੇਲ੍ਹ ਦੇ ਵਿੱਚ ਕਿਤਾਬਾਂ ਹੁੰਦੀਆਂ ਸੀਗੀਆਂ ਤੇ ਮੈਂ ਇੱਕ ਕਿਤਾਬ ਰੱਖੀ ਹੁੰਦੀ ਸੀ ਨੀਲੀ ਦਸਤਾਰ ਦੀ ਦਾਸਤਾਨ, ਗਿਆਨੀ ਲਾਲ ਸਿੰਘ ਦੀ, ਹੋਰ ਬੜੀਆਂ, ਮਤਲਬ ਅਕਾਲੀ ਦਲ ਤਾਂ ਸਾਡੀ ਆਪਦੀ ਜਮਾਤ ਆ। ਪਰ ਉਦੋਂ ਮੈਨੂੰ ਉਸ ਤੋਂ ਪਹਿਲਾਂ ਸਪੋਕਸਮੈਨ ਦੇ ਵਿੱਚ ਜਿਹੜੇ ਲੇਖ ਵਗੈਰਾ ਛਾਪਦੇ ਹੁੰਦੇ ਸੀ, ਜਾਂ ਸਰਦਾਰ ਗੁਰਤੇਜ ਸਿੰਘ ਨੇ ਲਿਖਿਆ ਸ਼੍ਰੋਮਣੀ ਅਕਾਲੀ ਦਲ ਦੇ ਚਲਾਣੇ ਦੀ ਗਾਥਾ, ਉਹ ਪੜ੍ਹੀ ਤਾਂ ਸੀ, ਹੋਰ ਵੀ ਬੜਾ ਕੁਝ ਪੜ੍ਹਨਾ ਅਕਾਲੀ ਦਲ ਦੀਆਂ ਗਲਤ ਨੀਤੀਆਂ ਦੇ ਬਾਰੇ ਗੱਲਾਂ ਜਦੋਂ ਕਰਨੀਆਂ, ਪਰ ਇਹ ਨਹੀਂ ਸੀ ਸੋਚਿਆ ਵੀ ਇੰਨੇ ਜ਼ਿਆਦਾ ਗਰਕੇ ਹੋਏ ਹੋਣਗੇ। ਜਿਵੇਂ ਜਿਹੜੀ ਸਪਣੀ ਆ ਉਹਦੇ ਬਾਰੇ ਕਹਿੰਦੇ ਆ ਵੀ ਆਪਦੇ ਹੀ ਬੱਚੇ ਖਾ ਜਾਂਦੀ ਹੈ, ਤੋ ਪੰਥਕ ਦਰਦ ਰੱਖਣ ਵਾਲੇ ਸਿੱਖਾਂ ਨੂੰ ਮਾਰਨਾ, ਉਹਨਾਂ ਨੂੰ ਦੁਸ਼ਮਣ ਮੰਨਣਾ, ਉਹ ਇਸ ਜਮਾਤ ਦਾ ਖਾਸਾ ਬਣ ਗਿਆ। ਜਿਹੜੇ ਬੰਦੇ ਪੰਥ ਅਤੇ ਪੰਜਾਬ ਲਈ ਸੋਚਦੇ ਹੋਣ, ਉਹਨਾਂ ਨੂੰ ਆਪਦਾ ਦੁਸ਼ਮਣ ਮੰਨੀ ਬੈਠੇ ਆ ਇਹ ਲੋਕ। ਡੇਰਾ ਸਰਸਾ ਸਿੱਖੀ ਦਾ ਦੁਸ਼ਮਣ ਹੈ, ਪਰ ਡੇਰਾ ਸਰਸਾ ਦੇ ਖਿਲਾਫ ਜਿਹੜਾ ਵੀ ਸਿੱਖ ਬੋਲਦਾ ਜਾਂ ਕਰਦਾ ਕੁਛ, ਉਹਨੂੰ ਇਹ ਲੋਕ ਆਪਦਾ ਦੁਸ਼ਮਣ ਮੰਨਦੇ। ਜਿਹੜਾ ਇੰਡੀਅਨ ਸਿਸਟਮ ਆ, ਉਹਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ, ਸਿੱਖਾਂ ਦਾ ਘਾਣ ਕੀਤਾ, ਸਿੱਖਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖਾਂ ਦੀ ਬੋਲੀ, ਧਰਮ, ਸੱਭਿਆਚਾਰ ਸਾਰੇ ਕਸ ਦਾ ਨੁਕਸਾਨ ਕੀਤਾ। ਤੇ ਸਿੱਖਾਂ ਦੇ ਕੇਂਦਰੀ ਸਥਾਨ ਜਿਹੜਾ ਸਾਡਾ ਦਿਲ ਵਾ, ਉਹਦੇ ਉੱਤੇ ਟੈਂਕਾਂ, ਤੋਪਾਂ, ਬੰਬਾਂ ਨਾਲ ਬੰਬਾਰਮੈਂਟ ਕਰਕੇ ਸਾਡਾ ਧਰਮ ਸਥਾਨ ਢਹਿ ਢੇਰੀ ਕੀਤਾ। ਤੇ ਜੇਕਰ ਸਿੱਖ ਉਸ ਸਿਸਟਮ ਦੇ ਨਾਲ ਲੜਦਾ ਕੋਈ, ਉਹ ਆਪਦੀ ਹਿੱਕ ਦੇ ਜ਼ੋਰ ਤੇ ਲੜਦਾ। ਜੇਕਰ ਕੋਈ ਸਿੱਖ ਇਸ ਮੁਲਕ ਦੇ ਖਿਲਾਫ ਆ ਤਾਂ ਉਹਦੀ ਆਪਦੀ ਸੋਚ ਆ
ਪਰ ਉਸ ਸ਼ਖਸ ਨੂੰ ਰੱਜ ਕੇ ਨਫ਼ਰਤ ਕਰਨੀ, ਉਹਦੇ ਖਿਲਾਫ ਭਕਾਈ ਮਾਰਨੀ ਔਰ ਆਪਦੇ ਆਪ ਨੂੰ ਮਹਾਨ ਇੰਡੀਅਨ ਦਰਸਾਉਂਦੇ ਉਹਦੇ ਟੱਬਰ ਦਾ ਘਾਣ ਕਰਨਾ, ਤੇ ਉਹ ਸਾਰੀ ਗੱਲਬਾਤ ਇਹਨਾਂ ਦੇ ਹਿੱਸੇ ਆਈ। ਸ਼੍ਰੋਮਣੀ ਅਕਾਲੀ ਦਲ ਉਸ ਸੰਤ ਭਿੰਡਰਾਂ ਵਾਲਿਆਂ ਨੂੰ ਜਿੰਨੀ ਨਫ਼ਰਤ ਜਿਸ ਤਰੀਕੇ ਨਾਲ, ਔਰ ਕੋਈ ਵੀ ਸਿੱਖ ਸੰਸਥਾ ਜਿਹੜੀ ਪੰਥ ਨੂੰ ਪਿਆਰ ਕਰਦੀ ਹੋਵੇ, ਪੰਥਕ ਪੀੜ ਨੂੰ ਲੋਕਾਂ ਦੇ ਵਿੱਚ ਲੈ ਕੇ ਆਉਂਦੀ ਹੋਵੇ, ਉਹਨੂੰ ਕਹਿਣਗੇ ਤਾਂ ਕਾਂਗਰਸ ਦੇ ਏਜੰਟ ਨੇ। ਚਾਹੇ ਭਿੰਡਰਾਂ ਵਾਲੇ ਸੰਤ ਹੋਣ, ਚਾਹੇ ਦਲ ਖਾਲਸਾ ਹੋਵੇ, ਚਾਹੇ ਕੋਈ ਹੋਰ ਖਾਲਿਸਤਾਨੀ ਜਾਂ ਪੰਥਕ ਧਿਰ ਹੋਵੇ, ਇਹ ਇਹਨਾਂ ਦਾ ਹੁਣ ਤੱਕ ਰਿਹਾ ਚੱਕਰ। ਖੈਰ ਇਹ ਤਾਂ ਚਲੋ ਆਲ ਓਵਰ ਗੱਲ ਆ, ਪਰ ਜਿਹੜੀ ਆਪਾਂ ਗੱਲ ਅੱਜ ਵਿਚਾਰੀਏ ਭਾਜਪਾ ਵਾਲੀ, ਪਿਛਲੇ ਲੰਮੇ ਅਰਸੇ ਤੋਂ ਜਿਹੜੇ ਵੀ ਬੰਦੇ ਨੇ ਇਹ ਕਿਹਾ ਨਾ ਕਿ ਭਾਜਪਾ ਮਾੜੀ ਆ, ਭਾਜਪਾ RSS ਸਿੱਖੀ ਦਾ ਘਾਣ ਕਰਦੀ ਆ, ਸਿੱਖਾਂ ਨੂੰ ਇਹਦੇ ਤੋਂ, ਪੰਥ ਨੂੰ, ਪੰਜਾਬ ਨੂੰ ਖਤਰਾ, ਉਹਨਾਂ ਭਾਜਪਾ ਵਾਲਿਆਂ ਨੇ ਨਹੀਂ ਉਹਦਾ ਵਿਰੋਧ ਕੀਤਾ ਜਿੰਨਾ ਠੋਕ ਵਜਾ ਕੇ ਇਹਨਾਂ ਬਾਦਲ ਦਲੀਆਂ ਨੇ ਉਹਦਾ ਲਹੂ ਪੀਤਾ। ਸਭ ਤੋਂ ਵੱਧ ਭੈੜੀ ਬੋਲੀ ਉਹਨਾਂ ਦੀ ਹੁੰਦੀ ਸੀ ਜਿਹੜੇ ਕਹਿੰਦੇ ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਗੋਦ ਦਾ ਨਿੱਘ ਮਾਣੇ, ਤੁਸੀਂ ਜੀ ਅਕਾਲੀ ਭਾਜਪਾ ਗੱਠਜੋੜ ਦਾ ਵਿਰੋਧ ਨਾ ਕਰੋ। ਡੇਰਾ ਸਰਸੇ ਵਾਲੇ ਹੋਣ ਜਾਂ ਹੋਰ ਦੇਹਧਾਰੀ ਗੁਰੂ ਡੰਮ ਵਾਲੇ ਹੋਣ, ਜਦੋਂ ਵੀ ਕਿਸੇ ਗੁਰਸਿੱਖ ਪਿਆਰੇ ਨੇ ਉਹਨਾਂ ਦੀਆਂ ਪੰਥ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ, ਪੰਥ ਵਿਰੋਧੀ ਸਰਗਰਮੀਆਂ ਦਾ ਵਿਰੋਧ ਕੀਤਾ, ਤਾਂ ਸਭ ਤੋਂ ਮੂਹਰੇ ਬਾਦਲ ਦਲ ਵਾਲੇ ਉੱਥੇ ਫਾਨਾ ਠੋਕ ਕੇ ਖੜੇ ਹੁੰਦੇ ਸੀਗੇ, ਤੇ ਪੁਲਿਸ ਤੋਂ ਚਕਾ ਕੇ ਕਿਸੇ ਪੰਥਕ ਬੰਦੇ ਦਾ ਕੰਮ ਕਦੇ ਨਹੀਂ ਆਏ। ਇਹ ਮੈਂ ਨਹੀਂ ਕੋਈ ਜਾਣਦਾ ਇਹੋ ਜਿਹਾ ਗੁਰਸਿੱਖ ਪਿਆਰਾ ਪਿਛਲੇ 20-25 ਸਾਲ 'ਚ, ਜਦੋਂ ਤੋਂ 97 ਤੇ ਇਹਨਾਂ ਕੋਲੇ ਰਾਜ ਭਾਗ ਆਇਆ, ਵੀ ਇਹਨਾਂ ਨੇ ਕਿਸੇ ਪੰਥਕ ਪੀੜ ਰੱਖਣ ਵਾਲੇ ਬੰਦੇ ਦੇ ਕਦੇ ਕੰਮ ਆਏ ਹੋਣ। ਅੱਜ ਜਦੋਂ ਗੁਰਬਖਸ਼ ਬੈਠਾ ਸੀ ਭੁੱਖ ਹੜਤਾਲ ਤੇ, ਉਦੋਂ ਇਹਨਾਂ ਨੇ ਪੂਰਾ ਜ਼ੋਰ ਲਾ ਕੇ ਸਾਨੂੰ ਇਹ ਦੱਸਣ ਤੇ ਬਈ ਨਹੀਂ ਜੀ ਰਿਹਾਈ ਹੋ ਹੀ ਨਹੀਂ ਸਕਦੀ ਇਹਨਾਂ ਦੀ। ਆ ਨਿੱਤ ਵੱਡਾ ਬਾਦਲ, ਛੋਟਾ ਬਾਦਲ, ਇਹ ਨਿੱਤ ਤੇ DGP ਲਾਇਆ ਹੁੰਦਾ ਸੀ ਇਹਨਾਂ ਦਾ, ਉਹ ਕਦੇ ਆਲਮ ਚੱਕ ਲਿਆਉਂਦੇ ਆ, ਕਦੇ ਸੈਣੀ ਚੱਕ ਲਿਆਉਂਦੇ। ਇੰਨਾ ਮਾੜਾ, ਇੰਨਾ ਭੈੜਾ ਤੇ ਇੰਨਾ ਘਟੀਆ ਮਤਲਬ ਸਾਰਾ ਸਿਸਟਮ ਇਹਨਾਂ ਨੇ ਬਣਾਇਆ ਹੋਇਆ, ਤੇ ਉਹਦੇ ਵਿੱਚ ਭਾਜਪਾ ਨੂੰ ਇਹਨਾਂ ਦੀ ਇੰਨੀ ਜ਼ਰੂਰਤ ਨਹੀਂ ਪਈ ਕਿ ਜੇਕਰ ਭਾਜਪਾ ਨਾਲ ਤੁਸੀਂ ਬਿਨਾਂ ਸ਼ਰਤ ਸਮਰਥਨ ਦਿੰਦੇ ਫਿਰਦੇ ਆ ਤਾਂ ਚੁੱਪ ਕਰਕੇ ਉਹਨਾਂ ਨੂੰ ਕਹੋ ਕਿ ਆਹ ਜਿਹੜੇ ਉਹ ਹੁਣ ਵੀ ਤਾਂ ਛੱਡ ਹੀ ਰਹੇ ਨੇ, ਆ ਭਾਈ ਲਾਲ ਸਿੰਘ ਜਿਹੜਾ ਉਹਦੀ ਰਿਹਾਈ ਹੋਈ ਨਹੀਂ, ਤੇ ਪ੍ਰੋਫੈਸਰ ਭੁੱਲਰ ਦੀ ਤਾਂ ਚਲੋ ਕਾਨੂੰਨੀ ਪ੍ਰਕਿਰਿਆ ਕਰਕੇ ਉਹ 'ਚ ਅੜਿੰਗਾ ਪੈ ਗਿਆ। ਜਿਹੜੇ ਬਿੱਟੇ ਨੇ ਹਾਈ ਕੋਰਟ ਦੇ ਵਿੱਚ, ਉੱਥੇ ਸੁਪਰੀਮ ਕੋਰਟ ਦੇ ਵਿੱਚ ਦਿੱਲੀ ਕਰਤੀ ਆ ਕਾਰਵਾਈ ਉਹਦੇ ਕਰਕੇ, ਅਦਰਵਾਈਜ਼ ਤਾਂ ਭਾਜੀ ਦਾ ਵੀ ਕੰਮ, ਭੁੱਲਰ ਸਾਹਿਬ ਦਾ ਵੀ ਨਿਬੜਿਆ ਪਿਆ। ਹੋਰ ਵੀ ਬਹੁਤ ਸਾਰੇ ਸਾਡੇ ਇਹੋ ਜਿਹੇ, ਜੇ ਭਾਜਪਾ ਇਸ ਤਰੀਕੇ ਦੇ ਨਾਲ ਅੱਜ ਰਿਹਾਈਆਂ ਕਰਵਾਈ ਜਾਂਦੀ ਆ, ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਕੰਮ ਚੱਲ ਰਹੇ ਨੇ, ਤੇ ਜੇਕਰ ਬਾਦਲ ਦਲ ਵਾਲੇ ਠੋਕ ਵਜਾ ਕੇ ਕਹਿੰਦੇ ਕਿ ਦੇਖੋ ਜੀ ਬਿਨਾਂ ਸ਼ਰਤ ਸਮਰਥਨ ਆਪਦੀ ਥਾਂ ਤੇ ਆ, ਪਰ ਆਹ ਕੰਮ ਜੇ ਕਰੀਏ ਤਾਂ ਆਪਣਾ ਪੰਜਾਬ ਦੇ ਵਿੱਚ ਦੋਨਾਂ ਧਿਰਾਂ ਦਾ ਵਕਾਰ ਵਧੂਗਾ। ਆ ਜਿਹੜੇ ਬੇਦੋਸ਼ੇ ਸਿੱਖਾਂ ਉੱਤੇ ਮੁਕੱਦਮੇ ਦਰਜ ਹੋ ਰਹੇ ਨੇ, ਆ ਹੁਣ UAPA ਲਾ ਕੇ ਦੁਰਫਿੱਟੇ ਮੂੰਹ ਇਹੋ ਜਿਹੇ ਸੋਚ ਦਾ, ਇਹੋ ਜਿਹੀ ਗੰਦੀ ਬਿਰਤੀ ਦਾ, ਵੀ ਇਹਨਾਂ ਤੋਂ ਇਹ ਨਹੀਂ ਸਰਿਆ ਵੀ ਉਸ ਪੁਲਿਸ ਅਫਸਰ ਦੀ ਖਿਚਾਈ ਕਰਦੇ ਜਿਹਨੇ ਸਾਡੇ 3 ਨੌਜਵਾਨਾਂ ਨੂੰ ਉਮਰ ਕੈਦ ਕਰਵਾਤੀ ਕਿ ਜੀ ਇਹਨਾਂ ਕੋਲੇ ਜਿਹੜਾ ਫੇਸਬੁੱਕ ਆ ਇਹਦੇ ਉੱਤੇ ਇਹ ਲਿਖਦੇ ਨੇ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਦੀਆਂ ਲਿਖੀਆਂ ਹੋਈਆਂ ਲਾਈਨਾਂ। ਹੁਣ ਭਾਈ ਰਣਧੀਰ ਸਿੰਘ ਨਾਰੰਗਵਾਲ ਨੇ 100 ਸਾਲ ਪਹਿਲਾਂ ਗਦਰ ਲਹਿਰ ਦੇ ਵਿੱਚ ਕੌਮ ਲਈ ਕੁਰਬਾਨੀ ਕੀਤੀ ਹੋਵੇ, ਉਹਦੀਆਂ ਲਿਖੀਆਂ ਹੋਈਆਂ ਭਾਈ ਸਾਹਿਬ ਦੀਆਂ ਲਾਈਨਾਂ ਲਿਖਣ ਵਾਲਿਆਂ ਨੂੰ ਉਮਰ ਕੈਦ, ਕਿਤਾਬਾਂ ਰੱਖਣ ਬਦਲੇ ਉਮਰ ਕੈਦ। ਜਿੰਨਾ ਜ਼ੁਲਮ ਮੁਗਲਾਂ, ਪਠਾਣਾ, ਅਫਗਾਨਾਂ ਵੇਲੇ ਸਿੱਖਾਂ ਉੱਤੇ ਹੁੰਦਾ ਰਿਹਾ, ਉਹੀ ਸਾਰਾ ਕੁਝ ਬਾਦਲ ਦੇ ਰਾਜ ਵਿੱਚ ਹੁੰਦਾ ਰਿਹਾ। ਬਹੁਤ ਭਿਆਨਕ ਸਮਾਂ ਜਿਹੜਾ ਸੀਗਾ ਉਹ ਦੇਖਿਆ। ਲੋਕ ਤਾਂ ਇੰਨਾ ਜ਼ਿਆਦਾ ਅੱਕੇ ਦੁਖੀ ਹੋਏ ਪਏ ਵੀ ਇਹਨਾਂ ਨੂੰ ਇਤਕੀ ਸੱਤਾਂ ਤੋਂ ਪਾਸੇ ਕਰਨਾ ਹੀ ਕਰਨਾ, ਜਦੋਂ ਆਹ ਕਾਂਗਰਸ ਵਰਗੀ ਗੰਦੀ ਜਮਾਤ ਲਿਆਉਣੀ ਪੈ ਗਈ ਲੋਕਾਂ ਨੂੰ। ਤੋ ਅੱਜ ਇਹ ਲੋਕ ਜਿਹੜੇ ਕਹਿੰਦੇ ਆ ਵੀ ਭਾਜਪਾ ਨੂੰ ਗਾਲਾਂ ਕੱਢੋ, ਭਾਜਪਾ ਬੜੀ ਮਾੜੀ ਆ, ਭਾਜਪਾ ਬੜੀ ਭੈੜੀ ਆ, ਅੱਜ ਇਹ ਮੱਤਾਂ ਦਿੰਦੇ ਫਿਰਦੇ ਆ। ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਨੂੰ, ਇਹਨਾਂ ਲੋਕਾਂ ਨੂੰ, ਵੀ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ। ਜਿੱਥੋਂ ਤੱਕ ਸਾਡੀ ਸਮਝ ਕੰਮ ਕਰਦੀ ਹੈ ਉਹ ਇਹ ਹੈ ਕਿ 1992-93 ਵਿੱਚ ਜਦੋਂ ਖਾੜਕੂ ਲਹਿਰ ਦੇ ਉੱਤੇ ਸਟੇਟ ਦਾ ਹੱਥ ਥੋੜਾ ਜਿਹਾ ਉੱਚਾ ਹੋ ਗਿਆ, ਤਾਂ ਉਹਨਾਂ ਦਿਨਾਂ ਦੇ ਵਿੱਚ ਏਜੰਸੀਆਂ ਵਾਲਿਆਂ ਨੇ ਇਸ ਟੱਬਰ ਨੂੰ ਬਿਠਾਇਆ, ਇਹਨਾਂ ਨੂੰ ਸਮਝਾਇਆ ਬਈ ਇਹ ਗੱਲ ਮੰਨਦੇ ਆ ਕਿ ਪੰਥ ਅਤੇ ਪੰਜਾਬ ਦੇ ਕੁਝ ਇਹੋ ਜਿਹੇ ਮੁੱਦੇ ਹੈਗੇ ਆ, ਇਹੋ ਜਿਹੇ ਵਿਸ਼ੇ ਹੈਗੇ ਆ ਜਿਨ੍ਹਾਂ ਦੇ
ਹੱਲ ਹੋਣ ਦੀ ਪੂਰੀ ਲੋੜ ਹੈ, ਪਰ ਸਟੇਟ ਸਿਸਟਮ ਉਹਨਾਂ ਨੂੰ ਹੱਲ ਨਹੀਂ ਕਰ ਸਕਦੀ। ਸੋ ਇਸ ਕਰਕੇ ਅਸੀਂ ਤੁਹਾਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਜਦੋਂ ਉਹਨਾਂ ਮੁੱਦਿਆਂ ਨੂੰ ਛੇੜੋਗੇ ਤਾਂ ਇੱਕ ਵੇਲਾ ਉਹ ਆਊ ਜਦੋਂ ਦਿੱਲੀ ਨਾਲ ਸਿੱਖਾਂ ਦੀ ਜਾਂ ਪੰਜਾਬ ਦੀ ਟੱਕਰ ਲੱਗ ਜੂ। ਉਸ ਟੱਕਰ ਵਿੱਚ ਫਿਰ ਨਾ ਤੁਸੀਂ ਦਿਖਦੇ ਹੋ ਨਾ ਅਸੀਂ ਦਿਖਦੇ ਹਾਂ ਦਿੱਲੀ ਵਾਲੇ। ਫੇਰ ਤਾਂ ਖਾੜਕੂ ਯੋਧੇ ਮੈਦਾਨ 'ਚ, ਕਿਉਂਕਿ ਸੱਚੀ ਸੁੱਚੀ ਗੱਲ ਕਰਦੇ ਆ, ਉਹ ਕੋਈ ਸਿਆਸੀ ਖੇਡ ਤਾਂ ਖੇਡ ਨਹੀਂ ਰਹੇ ਹੁੰਦੇ। ਸੋ ਤੁਸੀਂ ਆਪਦੀ ਸਿਆਸੀ ਲੋੜ ਦੇ ਵਿੱਚੋਂ ਜਿਹੜੇ ਮੁੱਦਿਆਂ ਨੂੰ ਉਭਾਰਦੇ ਹੋ, ਉਹਨਾਂ ਮੁੱਦਿਆਂ ਨੂੰ ਉਭਾਰਦੇ ਤੁਸੀਂ ਆਪਦੇ ਲਈ ਵੀ ਖੂਹ ਪੱਟ ਲੈਂਦੇ ਹੋ ਤੇ ਸਾਡੇ ਲਈ ਵੀ ਖਾਤਾ ਪੱਟ ਲੈਂਦੇ ਹੋ। ਤੁਸੀਂ ਪੰਥ ਅਤੇ ਪੰਜਾਬ ਦੇ ਮੁੱਦੇ ਉਭਾਰੇ, ਧਰਮ ਯੁੱਧ ਮੋਰਚਾ, ਉਹਦੀ ਕੋਈ ਵੀ ਗੱਲ ਅਸੀਂ ਨਹੀਂ ਮੰਨਦੇ ਵੀ ਗਲਤ ਸੀ। ਸਾਰੀਆਂ ਮੰਗਾਂ ਤੁਹਾਡੀਆਂ ਠੀਕ ਸੀ। ਅਨੰਦਪੁਰ ਦੇ ਮਤੇ ਦੀ ਕੋਈ ਵੀ ਗੱਲ ਗਲਤ ਨਹੀਂ ਹੈ, ਸਾਰਾ ਕੁਝ ਠੀਕ ਸੀ ਤੁਹਾਡਾ। ਪਰ ਉਹ ਲੜਾਈ ਵੱਧਦੀ ਗਈ। ਸਟੇਟ ਦੀਆਂ ਆਪਦੀਆਂ ਲੋੜਾਂ ਤੇ ਆਪਦੀਆਂ ਸੀਮਾਵਾਂ ਨੇ, ਆਪਦੀਆਂ ਮਜਬੂਰੀਆਂ ਨੇ। ਸਟੇਟ ਨਹੀਂ ਕਰ ਸਕਦੀ ਸੀ ਉਹਨਾਂ ਗੱਲਾਂ ਨੂੰ ਪੂਰਾ, ਤੋਂ ਅਖੀਰ ਟੱਕਰ ਲੱਗ ਗਈ ਤੇ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲੇ ਦੀ, ਘੱਲੂ ਘਾਰੇ ਦੀ ਗੱਲ ਬਣ ਗਈ। ਉਸ ਤੋਂ ਬਾਅਦ ਵਿੱਚ ਬਾਦਲ ਸਾਹਿਬ, ਨਾ ਤੁਸੀਂ ਲੱਭੇ ਤੇ ਨਾ ਅਸੀਂ ਲੱਭੇ। ਫਿਰ ਮੈਦਾਨ ਦੇ ਵਿੱਚ ਉਹ ਸੂਰਮੇ ਨਿੱਤਰੇ ਆਏ ਜਿਨ੍ਹਾਂ ਨੇ ਇੰਦਰਾ ਨੂੰ, ਵੈਦਿਆ ਨੂੰ ਤੇ ਹੋਰ ਸਟੇਟ ਸਿਸਟਮ ਦੇ ਬਹੁਤ ਸਾਰੇ ਹਿੱਸਿਆਂ ਨੂੰ ਸੱਟ ਮਾਰੀ। ਬਹੁਤ ਸਾਰੇ ਲੋਕਾਂ ਦਾ ਘਾਣ ਹੋਇਆ, ਪੰਜਾਬ ਦਾ ਵੀ ਨੁਕਸਾਨ ਹੋਇਆ, ਸਾਡਾ ਵੀ ਨੁਕਸਾਨ ਹੋਇਆ। ਸੋ ਨੁਕਸਾਨ ਕਰਨ ਵਾਲੀ ਗੱਲ ਅਸਲੀ ਤਾਂ ਇਹੀ ਹੈ ਨਾ ਫਿਰ, ਕਿ ਤੁਸੀਂ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਜਾਂ ਮੰਗਾਂ ਲਈ ਐਜੀਟੇਸ਼ਨ ਕਰਦੇ ਹੋ। ਹੁਣ ਕਹਿਣਾ ਤਾਂ ਇਹਨਾਂ ਨੂੰ ਇਹ ਚਾਹੀਦਾ ਸੀ ਕਿ ਵੀ ਪੰਥ ਅਤੇ ਪੰਜਾਬ ਦੇ ਹੱਕ ਦੇ ਕੇ ਫਿਰ ਐਜੀਟੇਸ਼ਨ ਵਾਲਾ ਮੁੱਦਾ ਹੀ ਖਤਮ ਕਰੋ, ਪਰ ਇਹ ਜ਼ਿਆਦਾ ਸਿਆਣੇ ਆ। ਅਸੀਂ ਤਾਂ ਕਮਲੇ ਆ, ਬਾਕੀ ਪੰਜਾਬ ਤਾਂ ਕਮਲਿਆਂ ਦਾ ਵਾ। ਇਹੀ ਟੱਬਰ ਸਿਆਣਾ ਇਕੱਲਾ। ਤੇ ਇਹ ਟੱਬਰ ਜਿਹੜਾ ਇਹ ਕਹਿੰਦੇ ਅੱਛਾ, ਫੇਰ ਕਹਿੰਦੇ ਵੀ ਤੁਸੀਂ ਐਜੀਟੇਸ਼ਨ ਅੱਜ ਤੋਂ ਬਾਅਦ ਨਾ ਕਰਿਓ, ਤੁਸੀਂ ਵੈਸੇ ਚੂੰ-ਚਾਂ ਜੀ ਕਰ ਛੱਡਿਆ ਕਰੋ, ਮਾੜੀ ਮੋਟੀ ਜੀ ਗੱਲਬਾਤ ਕਹਿੰਦੇ ਰਹੋ, ਪਰ ਕੋਈ ਪੰਗਾ ਨਾ ਖੜਾ ਕਰੋ, ਕਿਉਂਕਿ ਇਹਦੇ ਨਾਲ ਬਈ ਫਿਰ ਦਿੱਲੀ ਦੀ ਤੇ ਪੰਜਾਬ ਦੀ ਟੱਕਰ ਲੱਗਦੀ ਆ ਤੇ ਮਾਹੌਲ ਦੇ ਵਿੱਚ ਤੁਹਾਡੀ ਤੇ ਸਾਡੀ ਸਪੇਸ ਖਤਮ ਹੋ ਜਾਂਦੀ ਆ। ਤੁਸੀਂ ਤਾਂ ਇਰਰੈਲੇਵੈਂਟ ਹੋ ਜਾਂਦੇ ਆ, ਤੁਹਾਡੀ ਕੋਈ ਗੱਲ ਹੀ ਨਹੀਂ ਹੁੰਦੀ ਵਿਚਾਲੇ, ਫਿਰ ਨਾ ਸਾਡੀ ਹੁੰਦੀ ਆ, ਕੁਝ ਹੋਰ ਹੀ ਨਵਾਂ ਬਣ ਜਾਂਦਾ। ਤੋਂ ਇਸ ਕਰਕੇ ਜੇਕਰ ਤੁਸੀਂ ਉਸ ਦੌਰ ਤੇ ਨਜ਼ਰ ਮਾਰੋ ਬਾਦਲ ਸਾਹਿਬ, ਤੁਸੀਂ ਦੇਖੋ ਫਿਰ ਰੈਡੀਕਲ ਜਾਂ ਪੰਥਕ ਸੋਚ ਵਾਲੇ ਜਿਹੜੇ ਲੋਕ ਨੇ, ਫਿਰ ਉਹਨਾਂ ਦੀ, ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗਿਆਂ ਦੀ ਪੁੱਛਗਿੱਛ ਹੁੰਦੀ ਹੈ। ਫਿਰ ਉੱਥੇ ਤੁਹਾਡੀ ਤਾਂ ਸਾਡੀ ਤਾਂ ਕੋਈ ਗੱਲ ਨਹੀਂ ਹੁੰਦੀ। ਸੋ ਸਾਡੇ ਨਾਲ ਗੱਲ ਡਨ ਕਰ ਲਓ। ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ ਕਿ ਜਿਵੇਂ ਤੁਹਾਡੀ ਪਹਿਲਾਂ ਹਰ ਵਾਰੀ ਸਰਕਾਰ ਵਿਚਾਲਿਓ ਟੁੱਟ ਜਾਂਦੀ ਰਹੀ ਹੈ, ਤੁਹਾਡੀ ਸਰਕਾਰ ਜਿਹੜੀ ਹੈ ਉਹ ਪੂਰੇ 5 ਸਾਲ ਚੱਲਣ ਦਿੱਤੀ ਜਾਇਆ ਕਰੂਗੀ। ਤੇ ਤੁਸੀਂ ਬਸ ਪੰਜਾਬ ਅਤੇ ਪੰਥ ਲਈ ਟੂੰ ਤਾਂ ਕਰਿਆ ਕਰਨੀ ਹੈ, ਮਾੜੀ ਮੋਟੀ ਪੂੰ-ਪਾਂ ਜੀ ਕਰ ਛੱਡੀ, ਪਰ ਕਦੇ ਬਾਹਲਾ ਇਹਦੇ ਉੱਤੇ ਸਹਿਰਦਤਾ ਨਾਲ ਕੰਮ ਨਹੀਂ ਕਰ। ਉਸ ਸਾਰੀ ਰਾਮ ਕਥਾ ਦੇ ਵਿੱਚੋਂ ਇਹਨਾਂ ਦੀ ਰਾਏ ਬਣੀ ਤੇ ਫਿਰ ਇਹਨਾਂ ਨੇ ਇਹ ਗੱਲ ਸੋਚੀ ਕਿ ਠੀਕ ਆ ਜੀ, ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਇਹ ਮੱਤ ਦਿੱਤੀ ਆ, ਅੱਜ ਤੋਂ ਬਾਅਦ ਅਸੀਂ ਨਾ ਕੋਈ ਇਹੋ ਜਿਹੀ ਗੱਲ ਕਰਨੀ। ਗੱਲੀ ਬਾਤੀ ਸਿੱਖਾਂ ਨੂੰ, ਪੰਜਾਬ ਨੂੰ ਨਿਹਾਲ ਕਰਾਂਗੇ, ਪਰ ਅਸੀਂ ਦਿੰਦੇ ਲੈਂਦੇ ਕੱਖ ਨਹੀਂ। ਲਓ ਜੀ, ਫਰਵਰੀ 1997 ਦੀਆਂ ਚੋਣਾਂ ਦਾ ਆ ਗਿਆ ਟਾਈਮ। ਹੁਣ ਬਿਆੰਤਾ ਬੁੱਚੜ ਮਾਰਿਆ ਜਾ ਚੁੱਕਾ ਸੀ ਤੇ ਰਜਿੰਦਰ ਕੌਰ ਭੱਠਲ ਤੇ ਬਰਾੜ ਦਾ ਜਿਹੜਾ ਸੀ ਮੁੱਖ ਮੰਤਰੀ ਦਾ ਦੌਰ, ਉਹ ਵੀ ਬੀਤ ਚੁੱਕਿਆ ਸੀ। ਲੋਕ ਮੁੱਠੀਆਂ 'ਚ ਥੁੱਕੀ ਬੈਠੇ ਸੀ ਵੀ ਕਾਂਗਰਸ ਨੂੰ ਹਰਾਉਣਾ। ਜਿਵੇਂ ਆ 2017 ਵਿੱਚ ਲੋਕ ਜਿਹੜੇ ਸੀ ਤਿਆਰ ਬੈਠੇ ਸੀਗੇ ਵੀ ਬਾਦਲ ਕਿਆਂ ਨੂੰ ਹਰਾਉਣਾ, ਇਹਨਾਂ ਨੇ ਡੇਰਾ ਸਰਸਾ ਵਾਲੇ ਸਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਮਸਲੇ ਤੇ ਗੰਦ ਪਾਇਆ। ਸੋ ਜਦੋਂ ਉੱਥੇ ਫਰਵਰੀ 97 ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਆਖਿਆ ਵੀ ਕਿਤੇ ਕਸਰ ਨਾ ਰਹਿ ਜੇ, ਥਾਂ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਨਣ ਵਾਲੇ ਗੁਰਸਿੱਖ ਪਿਆਰਿਆਂ ਨੇ, ਜਿਨ੍ਹਾਂ ਨੇ ਕਦੇ ਸਿਆਸਤ ਵਿੱਚ ਜ਼ਿਆਦਾ ਧਿਆਨ ਨਹੀਂ ਸੀ ਦਿੱਤਾ, ਉਹਨਾਂ ਨੂੰ ਵੀ ਉਸ ਮੌਕੇ ਉੱਤੇ ਕਾਇਲ ਕਰਨ ਲਈ ਕਿਹਾ ਕਿ ਅਸੀਂ ਇੱਕ ਕਮਿਸ਼ਨ ਬਣਾ ਦੇਣਾ, ਜਿਹੜੇ ਬੁੱਚੜ ਪੁਲਸੀਆਂ ਨੇ ਲੋਕਾਂ ਉੱਤੇ, ਬੇਦੋਸ਼ੀਆਂ ਸਿੱਖਾਂ ਉੱਤੇ ਜ਼ੁਲਮ ਕੀਤੇ ਆ, ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਤੁੰਨਾਂਗੇ, ਤੇ ਜਿਹੜੇ ਗੁਰਸਿੱਖ ਪਿਆਰੇ ਜੇਲ੍ਹਾਂ 'ਚ ਬੰਦ ਕੀਤੇ ਹੋਏ ਨੇ, ਜਿੱਦਣ ਅਸੀਂ ਸਹੁੰ ਚੁੱਕਾਂਗੇ ਨਾ ਉਦਣ ਆਥਣ ਨੂੰ ਫਾਟਕ ਖੋਲ ਦੇਣੇ ਆ ਨਾਭੇ ਜੇਲ੍ਹ ਦੇ। ਉਹ ਇਹਨਾਂ ਨੇ ਐਲਾਨ ਕੀਤੇ, ਦਮ ਗੱਜੇ ਮਾਰੇ। ਸਾਨੂੰ ਬਥੇਰਿਆਂ ਲੋਕਾਂ ਨੇ ਕਿਹਾ, ਉਦੋਂ ਬੜੀ ਸਾਡੀ ਪਰਪੂਛ ਨੂੰ ਇਹੋ ਜਿਹੀ ਅੱਗ ਲੱਗੀ ਹੋਈ ਵੀ ਮਸਾਂ ਤਾਂ ਹੁਣ ਪੰਥ ਜਿੱਤਣ ਲੱਗਿਆ। ਬਹੁਤ ਵੱਡੀ ਗਿਣਤੀ ਵਿੱਚ ਭਾਵਕ ਇਮੋਸ਼ਨਲ ਲੋਕਾਂ ਨੇ ਇਹਨਾਂ ਦੇ ਟਰੈਪ ਵਿੱਚ ਫਸ ਕੇ, ਝੂਠ ਵਿੱਚ ਫਸ ਕੇ, ਮਕਾਰੀ 'ਚ ਫਸ ਕੇ ਇਹਨਾਂ ਦੇ ਵਿੱਚ ਤੇ ਜਿੱਤ ਆਇਆ ਇਹਨਾਂ ਨੂੰ।
ਮੁੜ ਕੇ ਇਹਨਾਂ ਕੋਲੇ ਇਕੱਠੇ ਹੋ ਕੇ ਲੋਕ ਜਾਣ ਵੀ ਹਾਂ ਜੀ ਬਾਦਲ ਸਾਹਿਬ ਤੁਸੀਂ ਕੁਝ ਕੀਤਾ ਹੀ 6 ਮਹੀਨੇ ਲੰਘ ਗਏ। ਇਹ ਕਹਿੰਦੇ ਜੀ ਇਹ ਜੀ ਕੋਈ ਗੱਲ ਹੀ ਨਾ ਕਰੋ। ਫਿਰ ਕਹਿੰਦੇ ਪੁਰਾਣੇ ਜ਼ਖਮ ਉੱਚੜ ਜਾਣਗੇ। ਉਹ ਜ਼ਾਲਮ ਤੇ ਬੁੱਚੜ ਪੁਲਸੀਏ ਉਹ ਐਸੋਸੀਏਸ਼ਨ ਜੀ ਬਣਾਈ ਫਿਰਨ ਤੇ ਦਮ ਗੱਜੇ ਮਾਰਿਆ ਕਰਨ, ਉਹ ਚੜਾਇਆ ਕਰਨ ਸਿੱਖਾਂ ਨੂੰ। ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਸਾਡੇ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ, ਜਿਨ੍ਹਾਂ ਨੂੰ ਤਸੀਹੇ ਦੇ ਦੇ ਕੇ ਜਗਰਾਮੀ ਸੀਏ ਸਟਾਫ ਦੇ ਵਿੱਚ ਕਤਲ ਕੀਤਾ ਗਿਆ ਤੇ ਮੁੜ ਕੇ ਖਬਰ ਲਾਤੀ ਨਵੇਂ ਸਾਲ ਵਾਲੇ ਦਿਨ 93 ਦੇ ਵਿੱਚ ਵੀ ਭਾਈ ਸਾਹਿਬ ਖਾੜਕੂ ਜਿਹੜੇ ਸੀ ਉਹ ਛੁਡਾ ਕੇ ਲੈ ਗਏ, ਉਹ ਭੱਜ ਗਏ ਜੀ, ਹੱਥਕੜੀਆਂ ਸਮੇਤ ਭੱਜ ਗਏ ਭਾਈ ਗੁਰਦੇਵ ਸਿੰਘ। ਜੇ ਸਾਡੀ ਕੌਮ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਾਤਲਾਂ ਨੂੰ ਸਜ਼ਾਵਾਂ ਨਹੀਂ ਦਵਾਈਆਂ ਜਾ ਸਕਦੀਆਂ, ਤਵਾੜੀ ਕਮਿਸ਼ਨ ਦੀ ਰਿਪੋਰਟ ਦੱਬ ਕੇ ਬਹਿ ਗਿਆ ਬਾਦਲ, ਤੇ ਬਾਕੀ ਤਾਂ ਫਿਰ ਆਮ ਸਾਡੇ ਹੋਰ ਬਾਕੀ ਭੈਣ ਭਰਾਵਾਂ ਦੀ ਤਾਂ ਗੱਲ ਹੀ ਬੜੀ ਛੋਟੀ ਹੈ। ਸੋ ਸਾਡੇ ਲੱਖਾਂ ਸਿੱਖਾਂ ਦੇ ਉੱਤੇ ਜਿਹੜਾ ਜ਼ੁਲਮ ਹੋਇਆ, ਉਹਦੀ ਇੱਕੋ ਇੱਕ ਆਸ ਸੀ ਕਿ ਬਾਦਲ ਸਾਹਿਬ ਦੀ ਸਰਕਾਰ ਬਣ ਗਈ, ਹੁਣ ਠੋਕਾਂਗੇ ਉਹਨਾਂ ਨੂੰ, ਪਰ ਠੋਕੇ ਅਸੀਂ ਗਏ। ਉਹ ਜ਼ਾਲਮ ਬੁੱਚੜ ਸਮੇਤ ਸੈਣੀ ਵਰਗੇ, ਅਜ਼ਹਾਰ ਆਲਮ ਵਰਗੇ ਹੋਰ ਜਿਹੜੇ ਪੁਲਸੀਏ ਸੀ, ਨਾ ਕਿਸੇ ਸਿੱਖ ਦੀ ਰਿਹਾਈ ਹੋਈ, ਨਾ ਗੱਲ ਨਾ ਕੋਈ ਬਾਤ। ਫਿਰ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਜੋ ਆਰਐਸਐਸ ਦਾ, ਭਾਜਪਾ ਦਾ, ਰਾਸ਼ਟਰੀ ਸਿੱਖ ਸੰਗਤ ਦਾ ਮਾਰੂ ਏਜੰਡਾ ਉਹ ਪੂਰਾ ਲਾਗੂ ਹੋਇਆ। 300 ਸਾਲੇ ਮੌਕੇ ਕਿਸੇ ਗੁਰਸਿੱਖ ਨੂੰ ਤਾਂ ਨਹੀਂ ਸੱਦਿਆ ਉੱਥੇ। ਚਾਹੀਦਾ ਤਾਂ ਇਹ ਸੀ ਕਿ ਕਹਿ ਦਿੰਦੇ ਕਿ ਧਰਮ ਯੁੱਧ ਮੋਰਚਾ ਅਕਾਲੀ ਦਲ ਨੇ ਲਾਇਆ ਸੀ, ਜਿਹੜਾ ਬਾਅਦ ਵਿੱਚ ਹਥਿਆਰਬੰਦ ਸਿੱਖ ਸੰਘਰਸ਼ ਵਿੱਚ ਬਦਲ ਗਿਆ। 1 ਅਪ੍ਰੈਲ 1978 ਤੋਂ ਲੈ ਕੇ ਅੱਜ ਤੱਕ 1999 ਦੇ 13 ਅਪ੍ਰੈਲ ਤੱਕ ਜਿਸ ਵੀ ਸਿੱਖ ਨੂੰ 1 ਸਕਿੰਟ ਲਈ ਵੀ ਥਾਣੇ ਸੱਦਿਆ ਗਿਆ, ਜਿਹਦੇ ਉੱਤੇ ਵੀ ਜ਼ੁਲਮ ਹੋਇਆ, ਜਿਹਦੇ ਉੱਤੇ ਵੀ ਵਧੀਕੀ ਹੋਈ ਆ, ਉਹ ਪਿੰਡ ਦੇ ਲੋਕਲ ਬੰਦਿਆਂ ਤੋਂ ਇੱਕ ਲਿਸਟ ਬਣਵਾ ਕੇ ਸਾਡੇ ਬਲਾਕ ਦੇ ਮੈਂਬਰ, ਬਲਾਕ ਦੇ ਪ੍ਰਧਾਨਾਂ ਨੂੰ ਦਿਓ, ਬਲਾਕ ਦੇ ਪ੍ਰਧਾਨ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੂੰ ਦੇਣ। ਹਰੇਕ ਜ਼ਿਲ੍ਹੇ ਦੇ ਵਿੱਚ ਸਮਾਗਮ ਹੋਣਗੇ ਤੇ ਉਹਨਾਂ ਸਾਰਿਆਂ ਨੂੰ ਖਾਲਸਾ ਪੰਥ ਵੱਲੋਂ ਸਨਮਾਨਿਤ ਕੀਤਾ ਜਾਊ, ਸਰਟੀਫਿਕੇਟ ਦਿੱਤੇ ਜਾਣਗੇ। ਜਿਵੇਂ ਤਾਮਰ ਪੱਤਰ ਦਿੱਤੇ ਆ ਨਾ ਇਹਨਾਂ ਨੇ ਆਜ਼ਾਦੀ ਘੁਲਾਟੀਆਂ ਨੂੰ ਭਾਰਤ ਸਰਕਾਰ ਨੇ 1947 ਤੋਂ ਪਹਿਲਾਂ ਜਿਹੜੇ ਲੋਕ ਲੜਦੇ ਰਹੇ ਅੰਗਰੇਜ਼ਾਂ ਖਿਲਾਫ, ਉਵੇਂ ਖਾਲਸਾ ਪੰਥ ਦੀ 3ਜੀ ਸ਼ਤਾਬਦੀ ਮੌਕੇ ਭਾਰਤੀ ਹਕੂਮਤ ਦੇ ਸਤਾਏ ਹੋਏ ਸਾਰੇ ਸਿੱਖਾਂ ਨੂੰ ਸਰਟੀਫਿਕੇਟ ਮਿਲਣੇ ਚਾਹੀਦੇ ਸੀ। ਉਹਨਾਂ ਨੂੰ ਮਾਣ ਤਾਣ ਦੇਣ ਦੀ ਲੋੜ ਸੀ। ਪਹਿਲੋਂ ਸਾਰਿਆਂ ਨੂੰ ਜ਼ਿਲ੍ਹਾ ਪੱਧਰ ਤੇ ਦਿੰਦੇ, ਤੇ ਜਿਨ੍ਹਾਂ ਦੀ ਵੱਖਰੀ ਜਾਂ ਵਿਲੱਖਣ ਤਰ੍ਹਾਂ ਦੀ ਕੋਈ ਕਹਾਣੀ, ਕੋਈ ਦਾਸਤਾਨ ਬਣ ਗਈ ਆ, ਜਿਨ੍ਹਾਂ ਦੀ ਚਰਚਾ ਸਾਨੂੰ ਅੰਤਰਰਾਸ਼ਟਰੀ ਲੈਵਲ ਤੇ ਕਰਵਾਉਣ ਦੀ ਲੋੜ ਆ ਕਿ ਸਾਡਾ ਇਸ ਤਰੀਕੇ ਨਾਲ ਕਤਲੇਆਮ ਹੋਇਆ, ਜੈਨੋਸਾਈਡ ਹੋਈ ਆ, ਨਸਲਕੁਸ਼ੀ ਹੋਈ ਆ, ਸਾਡੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਵਾਇਲੇਸ਼ਨ ਸਾਡੀ ਹੋਈ ਹੈ, ਉਹ ਸਾਰਿਆਂ ਦੇ ਕੇਸ ਜਿਹੜੇ ਸੀ ਉਹ ਅੰਤਰਰਾਸ਼ਟਰੀ ਪੱਧਰ ਦੀ ਜਿਹੜੀ ਲੀਡਰਸ਼ਿਪ ਆ ਹਰੇਕ ਮੁਲਕ ਦੇ ਵਿੱਚ ਉਹਨਾਂ ਜ਼ਿਕਰ ਕਿਵੇਂ ਉੱਪਰਦਾ ਕਰਨਾ। 2 ਤਰੀਕੇ ਨੇ। ਇੱਕ ਤਾਂ ਚੰਡੀਗੜ੍ਹ ਦੇ ਵਿੱਚ ਵਿਸਾਖੀ ਦੇ ਪਹਿਲੇ ਹਫ਼ਤੇ, ਵਿਸਾਖੀ ਤੋਂ ਪਹਿਲਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਕੋਈ ਦਿਨ ਮਿਥਿਆ ਹੁੰਦਾ, ਖਰਚਾ ਕਰਦੇ ਜਿੰਨੇ ਮੁਲਕ ਨੇ, ਹਰੇਕ ਮੁਲਕ ਦੇ ਵਿੱਚ ਕਿਸੇ ਨੂੰ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਡੀ ਸਟੇਟ ਗਵਰਨਮੈਂਟ ਦਾ ਇੱਕ ਨਵੇਂ ਦਾ ਕਿ ਜਿਹੜਾ ਮਰਜ਼ੀ ਉੱਥੋਂ ਤੁਸੀਂ ਭੇਜੋ ਜੀ, ਇੰਨੀ ਤਰੀਕ ਨੂੰ ਆਉਣਾ ਚਾਹੀਦਾ। ਇੱਥੇ ਉਹਨਾਂ ਦਾ ਰਹਿਣ ਸਹਿਣ ਦਾ ਪ੍ਰੋਗਰਾਮ ਕਰਦੇ। ਇੱਕ ਦਿਨ ਮਨੁੱਖੀ ਹੱਕ ਅਤੇ ਖਾਲਸਾ ਪੰਥ ਕਿ ਅਸੀਂ ਦੁਨੀਆ ਭਰ ਦੇ ਵਿੱਚ ਇਹਨਾਂ ਮਨੁੱਖੀ ਹੱਕਾਂ ਦੇ ਲਈ ਕੀ ਕੁਝ ਕਰਦੇ ਰਹੇ ਤੇ ਕਿਵੇਂ ਅਸੀਂ ਭਾਈ ਜਿਹੜਾ 9ਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਗੱਲ, ਤੇ ਅੱਜ ਸਾਡੇ ਨਾਲ ਆਹ ਕੁਝ ਵਾਪਰਿਆ। ਸਾਡੇ ਤਾਂ ਭਾਈ ਖਾਲੜਾ ਵਰਗੇ ਵੀ ਚੱਕ ਕੇ ਇਹਨਾਂ ਨੇ ਗਾਇਬ ਕਰ ਦਿੱਤੇ। ਇਹ ਸਾਰਾ ਮਨੁੱਖੀ ਹੱਕਾਂ ਦੇ ਪੱਖ ਤੋਂ ਅਸੀਂ ਆਪਦਾ ਕੇਸ ਪੇਸ਼ ਕਰਦੇ, ਦੁਨੀਆ ਨੂੰ ਦੱਸਦੇ। ਦੂਜਾ ਇਹ ਕਿ ਹਰੇਕ ਮੁਲਕ ਦੇ ਵਿੱਚ ਵੀ ਅੱਡ-ਅੱਡ ਮੁਲਕਾਂ 'ਚ ਸਿੱਖ ਵਸਦੇ ਆ, ਜਿੱਥੇ ਉਥੋਂ ਦੀਆਂ ਸਰਕਾਰਾਂ ਨੂੰ ਕਹਿੰਦੇ ਕਿ ਸਾਡੇ ਖਾਲਸਾ ਪੰਥ ਦੀ ਸਿਰਜਣਾ ਦੀ ਸ਼ਤਾਬਦੀ ਹੈ, ਅਸੀਂ ਇੱਥੇ ਇੱਕ ਸਮਾਗਮ, ਇੱਕ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ ਜਿਹਦੇ 'ਚ ਸਟੇਟ ਗਵਰਨਮੈਂਟ ਤੁਹਾਡੀ ਜਿਹੜੀ ਹੈਗੀ ਆ ਉਹਨੂੰ ਇਨਵੋਲਵ ਕਰਨਾ ਚਾਹੁੰਦੇ ਆ, ਤੇ ਅਸੀਂ ਇਸ ਮੁਲਕ ਦੇ ਵਿੱਚ ਵਸਦੇ ਹੋਏ ਸਿੱਖਾਂ ਦੇ ਲਈ ਤੁਹਾਡੇ ਕੋਲੋਂ ਆਸ ਕਰਦੇ ਆ, ਕਿਉਂਕਿ ਅਸੀਂ ਆਪਦੀ ਜਿਹੜੀ ਮਦਰਲੈਂਡ ਆ, ਸਾਡੀ ਸਿੱਖ ਹੋਮਲੈਂਡ ਆ, ਪੰਜਾਬ ਆ ਜਿਹੜਾ, ਉੱਥੇ ਅਸੀਂ
ਸਟੇਟਲੈਸ ਪੀਪਲ ਆ, ਸਾਡੇ ਕੋਲੇ ਕੋਈ ਰਾਜ, ਕੋਈ ਪ੍ਰਭੂ ਸੱਤਾ ਨਹੀਂ ਹੈ, ਤੇ ਸਾਡੀ ਜੈਨੋਸਾਈਡ ਹੋ ਰਹੀ ਹੈ, ਨਸਲਕੁਸ਼ੀ ਹੋ ਰਹੀ ਹੈ, ਸਾਨੂੰ ਮਾਰਿਆ ਜਾ ਰਿਹਾ, ਸਾਡਾ ਬੋਲੀ, ਸਾਡਾ ਧਰਮ, ਸਾਡਾ ਸਾਰਾ ਕੁਝ ਖਤਰੇ 'ਚ ਆ। ਤੇ ਇਸ ਹਿੰਦੂਤਵਾ ਤੋਂ, ਭਗਵੇਂ ਬ੍ਰਿਗੇਡ ਤੋਂ ਸਾਨੂੰ ਖਤਰਾ, ਭਾਰਤੀ ਇੰਡੀਅਨ ਸਟੇਟ ਤੋਂ ਸਾਨੂੰ ਖਤਰਾ। ਸੋ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਤੁਹਾਡੇ ਮੁਲਕ ਦੇ ਵਿੱਚ ਵਸਦੇ ਹੋਏ ਸਿੱਖਾਂ ਦੇ ਬਾਰੇ ਤੁਸੀਂ ਸਾਡੇ ਇਸ ਗੱਲ ਦਾ ਖਿਆਲ ਰੱਖਿਓ ਕਰੋ ਕਿ ਅਸੀਂ ਤਾਂ ਆਪਦੀ ਧਰਤੀ ਤੋਂ ਇੱਥੇ ਤੁਹਾਡੇ ਕੋਲੇ ਆਪਦੇ ਸਾਰੇ ਕਾਸੇ ਨੂੰ ਬਚਾਉਣ ਲਈ ਆਏ ਹੋਏ ਲੋਕ। ਸਾਰੇ ਸੰਸਾਰ ਦੇ ਵਿੱਚ ਜਿੱਥੇ ਅਸੀਂ ਆਪਦੀ ਹਿਸਟਰੀ ਨੂੰ ਦੱਸਣਾ ਸੀ, ਜਿੱਥੇ ਅਸੀਂ ਆਪਦੇ ਉੱਤੇ ਹੋਏ ਜ਼ੁਲਮਾਂ ਦੀ ਦਾਸਤਾਨ ਬਿਆਨ ਕਰਕੇ ਲੋਕਾਂ ਦੀ ਹਮਦਰਦੀ, ਪਿਆਰ ਲੈਣੀ ਸੀ, ਜਿੱਥੇ ਅਸੀਂ ਆਪਦੇ ਸਾਰੇ ਪੱਖ ਲੈ ਕੇ ਜਾਣੇ ਸੀ, ਉਹਦੀ ਥਾਂ ਦੇ ਉੱਤੇ ਅਸੀਂ ਕੀ ਕੀਤਾ ਅਕਾਲੀ ਦਲ ਬਾਦਲ ਨੇ ਕਿ ਜਿਸ ਭਾਜਪਾ ਤੋਂ, ਜਿਸ ਆਰਐਸਐਸ ਤੋਂ, ਜਿਸ ਹਿੰਦੂ ਕੱਟੜਵਾਦ ਤੋਂ ਸਿੱਖਾਂ ਨੂੰ ਸਭ ਤੋਂ ਵੱਡਾ ਖਤਰਾ, ਇਹ ਜੱਫੀਆਂ ਪਾ ਕੇ ਉਹਨੂੰ ਇੱਥੇ ਸੱਦ ਲਿਆਏ ਤੇ ਉਹਨਾਂ ਨੇ ਇੱਥੇ ਉਹ ਚੰਦ ਚਾੜੇ। ਇੱਕ ਵੀ ਇਹੋ ਜਿਹਾ ਸਿੱਖ ਨਹੀਂ ਸਾਨੂੰ ਲੱਭਿਆ ਜਿਹਨੂੰ ਕਹੀਏ ਵੀ ਹਾਂ ਇਹਨੂੰ ਸਨਮਾਨ ਬਿਲਕੁਲ ਠੀਕ ਦਿੱਤਾ। ਕਈ ਤਾਂ ਇਹੋ ਜਿਹੇ ਖੁਸ਼ਵੰਤ ਸਿੰਘ ਵਰਗੇ ਜਾਂ ਹੋਰ ਇਹ ਕਹਿੰਦੇ ਇਸ ਤੇ ਸਾਰੀ ਉਮਰ ਸਿੱਖਾਂ ਦੇ ਖਿਲਾਫ ਨੇਗਾ, ਸਾਨੂੰ ਪਤਾ ਨਹੀਂ ਕਾਹਤੋਂ ਸਨਮਾਨਿਤ ਕਰੀ ਜਾਂਦੇ। ਆਹ ਤਾਂ ਹਾਲ ਆ। ਜਿੰਨੇ ਅੱਜ ਅੱਡ ਹੋ ਕੇ ਭਾਜਪਾ ਬਾਰੇ ਜਾਂ ਬਾਦਲ ਦਲ ਤੋਂ ਦੁਖੀ ਹੋ ਕੇ ਅੱਡ ਹੋ ਕੇ ਬੋਲ ਰਹੇ ਆ, ਇਹ ਸਾਰੇ ਉਦੋਂ ਨਾਲ ਰਹੇ। ਪਨਿਆਰੇ ਵਾਲਾ ਉੱਠਿਆ, ਸਰਸੇ ਵਾਲਾ ਉੱਠਿਆ, ਸਿੱਖੀ ਉੱਤੇ ਹਮਲੇ, ਇਹ ਸਾਰੇ ਆਰਐਸਐਸ ਏਜੰਸੀਆਂ ਲਹੂ ਪੀਤਾ ਪਿਆ। ਅੱਜ ਵੀ ਸਿੱਖੀ ਤੇ ਪੰਥ ਦੀ ਸੋਚ ਰੱਖਣ ਵਾਲਿਆਂ ਦੇ ਘਰਾਂ 'ਚ ਬਹੁਤ ਵੱਡੀ ਗਿਣਤੀ ਵਿੱਚ ਘੁਸਪੈਠ ਏਜੰਸੀਆਂ ਦੀ ਗੱਲਾਂ ਬਾਤਾਂ, ਹਰ ਗੱਲ ਦੱਸੋ ਜੀ। ਤੂਜਕ ਦਿਨ NI ਵਾਲੇ ਤੰਗ ਕਰਨ ਲੱਗਿਆ, ਕਿਸੇ ਨੂੰ 4 ਪੈਸੇ ਆ ਜਾਣ। ਔਰ ਇਹ ਸਾਰਾ ਕੁਝ ਤਾਂ ਹੋਇਆ, ਆ UAPA ਲੱਗ ਰਿਹਾ, ਅਜੀਤ ਡੁਭਾਲ ਜਾਂ ਹੋਰ ਜਿਹੜਾ ਹਿੰਦੂ ਕੱਟੜਵਾਦ ਲੋਕ। ਸਾਡੀ ਤਾਂ ਗੱਲ ਆ ਜਿਹੜੇ ਮੁਸਲਮਾਨਾਂ ਦੇ ਘਰਾਂ ਚੋਂ ਕੱਢ ਕੇ ਤੇਰੇ ਕਹਿੰਦੇ ਫਰਿੱਜ 'ਚ ਮੀਟ ਪਿਆ, ਗਾਂ ਦਾ ਮੀਟ ਪਿਆ, ਕਸ਼ਮੀਰ ਵਾਲੇ ਕੁੱਟੇ। ਭਾਜਪਾ ਨੂੰ ਇੰਨੇ ਜੋਗਾ ਕਿਹਨੇ ਕੀਤਾ? ਭਾਜਪਾ ਨੇ ਪੰਥ ਅਤੇ ਪੰਜਾਬ ਦਾ ਲਹੂ ਪੀਤਾ। ਪੰਥ ਅਤੇ ਪੰਜਾਬ ਦੇ ਨਾਲ ਦੂਜਿਆਂ ਸੂਬਿਆਂ 'ਚ ਹੋਰਨਾਂ ਥਾਵਾਂ ਉੱਤੇ ਦੂਜੀਆਂ ਕੌਮਾਂ ਨੂੰ ਮਾਰਿਆ, ਘੱਟ ਗਿਣਤੀਆਂ ਦਾ ਲਹੂ ਪੀਤਾ। ਉਸ ਮੋਦੀ ਨਾਲ ਜੱਫੀ ਪਾ ਕੇ ਖੜ ਗਏ ਬਾਦਲ ਦਲ ਵਾਲਿਓ, ਜਿਹੜਾ ਗੁਜਰਾਤ ਵਿੱਚ ਮੁਸਲਮਾਨਾਂ ਦੇ ਲਹੂ ਨਾਲ ਇਹਨਾਂ ਦੇ ਹੱਥ ਰੰਗੇ ਹੋਏ ਨੇ। ਤੇ ਉਵੇਂ ਹੀ ਅੱਜ ਜਿਵੇਂ ਰਾਜੀਵ ਗਾਂਧੀ ਸੀ, ਜਿਵੇਂ ਹੋਰ ਸਿੱਖਾਂ ਦੇ, ਜੇ ਸਿੱਖਾਂ ਦੇ ਲਹੂ 'ਚ ਹੱਥ ਰੰਗੇ ਹੋਏ ਸੀ, ਜੇ ਮੁਸਲਮਾਨਾਂ ਦੇ ਲਹੂ 'ਚ ਹੱਥ ਰੰਗੇ ਸੀ, ਸਾਡੇ ਲਈ ਇੱਕੋ ਜਿਹੇ ਸੀ। ਹਰ ਉਹ ਸ਼ਖਸ ਜਿਹੜਾ ਕਿਸੇ ਖਾਸ ਧਰਮ ਦਾ ਦੁਸ਼ਮਣ ਹੋਵੇ, ਸਾਡੀ ਗੁਰਮਤ ਇਸ ਤਰੀਕੇ ਨਾਲ ਨਹੀਂ ਹੈ। ਅਸੀਂ ਸਿੱਖ ਫਲਸਫੇ ਤੋਂ ਟੁੱਟੇ ਹੋਏ ਇਹਨਾਂ ਲੋਕਾਂ ਦੇ, ਇਹਨਾਂ ਸਾਰੇ ਟਟਵੈਰਾਂ ਨੂੰ ਪਛਾਣਦੇ ਹਾਂ। ਸੋ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦੇ ਲੌਂਗ ਲਾਣੇ ਨੂੰ ਇਹ ਵਹਿਮ ਹੋ ਸਕਦਾ ਵੀ ਅਸੀਂ ਖਨੀ ਬੇਵਕੂਫ ਬਣਾ ਲਾਂਗੇ, ਪਰ ਪੰਥ ਅਤੇ ਪੰਜਾਬ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਹੱਸ ਛੱਡਦਾ ਤੇ ਇਹਨਾਂ ਨੂੰ ਪੂਰਾ ਹੱਕ ਵਾ। ਬੇਸ਼ੱਕ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਿੱਲੀ ਦਰਬਾਰ ਨਾਲ ਮੇਲ ਮਿਲਾਪ ਅਗਲਿਆਂ ਦਾ, ਵੱਡੀਆਂ ਫੜਾਂ ਮਾਰ ਸਕਦੇ ਆ, ਵੱਡੀਆਂ ਗੱਲਾਂ ਕਰ ਸਕਦੇ ਆ, ਮੁੱਖ ਮੰਤਰੀ ਦੀ ਕੁਰਸੀ ਦੁਬਾਰਾ ਵੀ ਮਿਲ ਸਕਦੀ ਹੈ। ਜੰਮ ਕੇ ਕੁਰਸੀਆਂ ਤੇ ਬੈਠਣ, ਰੱਜ ਕੇ ਨਜ਼ਾਰੇ ਲੈਣ। ਇਹਨਾਂ ਨੂੰ ਲੱਗਦਾ ਸਾਡੀਆਂ ਕੋਠੀਆਂ ਕਾਰਾਂ ਸਾਡੇ ਵੱਡੇ ਆ। ਦੇਖਿਆ ਕੱਲ ਪਰਸੋਂ ਜਦੋਂ ਧਰਨਾ ਜਿਹਾ ਸੀਗਾ, ਲੋਕ ਤਾਂ ਹੱਸਦੇ ਆ ਵੀ ਆਹ ਕਾਹਦੇ ਕਿਸਾਨ ਨੇ ਜਿਹੜੇ ਇੰਨੀਆਂ ਮਹਿੰਗੀਆਂ ਗੱਡੀਆਂ 40 ਲੱਖ ਦੀਆਂ ਕਾਰਾਂ ਚੱਕੀ ਫਿਰਦੇ ਆ। ਇਹ ਲੋਕਾਂ ਦਾ ਲਹੂ ਪੀਤਾ ਨਾ। ਅਸਲ ਵਿੱਚ ਪੰਥ ਅਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਤੋਂ ਬਾਅਦ ਆ ਸੁੱਖ ਸਹੂਲਤਾਂ ਮਿਲੀਆਂ ਨੇਗੀਆਂ ਜਿਹੜੀਆਂ ਇਹ ਮਾਣਦੇ। ਤੇ ਇਹਨਾਂ ਨੂੰ ਲੱਗਦਾ ਵੀ ਆ ਜਿਹੜੇ ਕੌਮੀ ਦਰਦ ਰੱਖਣ ਵਾਲੇ ਐਵੇਂ ਕਲਪਦੇ ਫਿਰਦੇ ਆ, ਪੱਲੇ ਦਵਾਨੀ ਨਹੀਂ, ਵੱਧ ਤੋਂ ਵੱਧ ਸਕੂਟਰ ਤਿੱਕਰ ਜਾਂ ਜਿਹੜੀ ਲੋਨ ਤੇ ਕਿਸ਼ਤਾਂ ਤੇ ਲਈ ਹੋਈ ਕਾਰ ਆ, ਛੋਟੀ ਮੋਟੀ ਮਰੂਤੀ ਮਰਾਤੀ, ਉਹ ਤੇ ਤੁਰੇ ਫਿਰਦੇ ਆ ਵੀ ਇਹਨਾਂ ਦੇ ਪੱਲੇ ਹੈ ਕੀ। ਪਰ ਜੋ ਕੁਝ ਪੰਥ ਦਾ ਦਰਦ ਰੱਖਣ ਵਾਲੇ ਲਈ ਬੈਠੇ ਆ ਨਾ, ਉਹ ਨਜ਼ਾਰਾ ਹੀ ਵੱਖਰਾ। ਇੱਕ ਮਲਕ ਭਾਗੋ ਦੀ ਸੋਚ ਆ, ਇੱਕ ਭਾਈ ਲਾਲੋ ਦੀ ਸੋਚ। ਤਾਂ ਗੁਰੂ ਪਾਤਸ਼ਾਹ ਭਾਈ ਲਾਲੋ ਵੱਲ ਹੁੰਦੇ ਆ। ਜਦੋਂ ਇੱਥੇ ਸੰਤ ਭਿੰਡਰਾਂ ਵਾਲਿਆਂ ਦੀ ਧਰਮ ਯੁੱਧ ਮੋਰਚੇ ਦੀ ਇੱਕ ਗੱਲ ਚੇਤੇ ਆਉਂਦੀ ਆ, ਪੱਤਰਕਾਰ ਭਰਾ ਸੀਗਾ, ਉਹਨੂੰ ਪੁੱਛਿਆ ਦੂਜੇ ਨੇ, ਕਹਿੰਦਾ ਯਾਰ ਜਦੋਂ ਦਰਬਾਰ ਸਾਹਿਬ ਜਾਂਦੇ ਆਪਾਂ ਸਾਰਾ ਦਿਨ ਕਵਰ ਕਰ ਲਈ ਅਖਬਾਰ ਵੱਲੋਂ, ਤੇ ਤੂੰ 2-4 ਮਿੰਟ ਹੀ ਉੱਥੇ ਬੈਠੇ ਹੁੰਦੇ ਆ। ਹਜੇ ਆਪਾਂ ਜਦੋਂ ਲੌਂਗੋਵਾਲ ਦੇ ਦਫ਼ਤਰ 'ਚ, ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ 'ਚ ਬੈਠਦੇ ਆ, ਉੱਥੇ ਉਸਲ ਬੱਟੇ ਜੇ ਲੈਣ ਲੱਗ ਜਾਂਦਾ ਤੇ ਇੱਧਰ ਸਾਰਾ ਦਿਨ ਬੈਠਾ ਰਹਿਣਾ। ਨਾਲ ਇੱਥੇ ਭੁੰਜੇ ਬਿਠਾਉਂਦੇ ਆ, ਉੱਥੇ ਸੁੱਖ ਸਹੂਲਤਾਂ ਵਧੀਆ ਉਹ ਭਗਤ ਕਰਦੇ ਆ ਬਾਦਲ ਲੌਂਗੋਵਾਲ ਦੇ ਦਫ਼ਤਰ।
इधर कख नहीं, जी तेरा इधर ਵੱਧ लगदा। कहना जदों लौंगोवाल के दफ्तर जाईदा श्रोमणी अकाली दल दे, उत्थे टीनो पाल दे के लिशकाए हुए कुर्ते पजामे, फिक्सो ला ला के तेल मल मल के लिशकदियां दाड़ियां उपर नूं खड़ियां मुछां नीलियां ऐन सोहणियां बज्जियां हुईयां दस्तारां, जुत्तियां बड़ियां महंगियां, बूट होर जराबां है, लिश लिश करदा दफ्तर। अंदर जाके जदों बैठते हैं उत्थे जिहड़ा भी लंघदा करदा हाँ जी बह जाओ जी खड़ जाओ जी हुंदी है। ते गरीबड़े जे सेवादार उन्होंने दबके बज रहे होंगे, आ लिया पानी चाह लिया छेती कर। तो फिर एक प्रैस नोट छपया छपाया जा हत्थ च साडे टका दिंदा सकत्तर, फिर चार जक्कड़ जुक्कड़ जे मारदे आ ते साली अड़कत जी आउण लग जाती है। फिर हुंदा भी छेती इस कैद खाने जे चों भजीए, किसी खुली हवा च चलीए। तो जदों मैं जदों मैं संत भिंडरां वालियां वाले पासे आउना, इत्थे अद्धो राणी जी दरी थल्ले विछी हुंदी आ ते आले दुआले 40 50 70 80 100 200 साडा आले दुआले भाईचारे का हिस्सा, पाटे पुराने जे कपड़े, जिन्हें दी जुत्तियां जिहड़ियां जदों दरी ते बैठण लगदे जुत्तियां च मैं जदों जुत्ती टकाउना मैनूं शर्म आउंदी आ भी ये पाटियां ठिब्बियां टुट्टियां जिहियां जुत्तियां चप्पलां धोराणियां जिहियां, जिन्हां चों कईयां नूं बसूए जे लगे हुंदे आ, कईयां नूं लीर जी बन्न के टाइम कढिया हुंदा चप्पलां नूं। इन्हां दे विचाले मैं आपदी जुत्ती लाउण लग्गिया, चलो कहंदा आके बैठी दा ते डब खड़बे जे चिट्टियां कालियां दाड़ियां वाले ते हत्थां ते जिन्हां दे अट्टण पए होए ने किरती लोक, वो सारे आले दुआले बैठे हुंदे आ, उन्हां दे विचाले बाबा जरनैल सिंह बैठे हुंदे आ। मैनूं इउं लगदा जिवें किसी पंजाब दे पिंड दे विच सत्थ च कोई लोक बैठे आ, भाईचारा जुड़िया होया ते आपस विच ही आपदे पिंड दा पंथ दा पंजाब दा दुख सुख कर रहे आ। ते मैनूं अपनापन आपदा भाईचारा जिहा इत्थे महसूस हुंदा, इस करके मेरा इत्थे फिर जी वध लगदा, मैनूं मन जिहा करदा भी इत्थे बैठा रवां, ये आपदा जिहा माहौल आ ते उधर तां दफ्तरी जिहा माहौल हुंदा। ते ये गल भी चेते रखो, बाबा जरनैल सिंह कोले एक बारी किसी ने कहता, जिहड़े नेड़ले सज्जण हुंदे आ कई बारी गलती हो जाती है, कहंदे जी भी ਜਿਹੜੇ ਆ ਵਧੀਆ ਵਧੀਆ ਕੱਪੜਿਆਂ ਵਾਲੇ ਬਾਹਰੋਂ ਅੰਦਰੋਂ ਆਉਂਦੇ ਆ, ਇਹਨਾਂ ਨੂੰ ਤਾਂ ਤੁਸੀਂ 5-7 ਮਿੰਟ 'ਚ ਟਰਕਾ ਦਿੰਦੇ ਆ ਜਿਹੜੇ ਪਾਟੇ ਪੁਰਾਣੇ ਜੇ ਲਿਬੜੇ ਥਿਬੜੇ ਜੇ ਆਉਂਦੇ ਆ, ਮੁਸ਼ਕ ਮਾਰਦਾ ਆਉਂਦਾ, ਇਹਨਾਂ ਨੂੰ 2-2 ਘੰਟੇ ਬਾਬਾ ਜੀ ਬੈਠੇ ਰਹਿੰਦੇ। ਬਾਬਾ ਜੀ ਬਾਬਾ ਜਰਨੈਲ ਸਿੰਘ ਇੱਕਦਮ ਗੁੱਸ ਕਹਿੰਦੇ ਗੱਲ ਸੁਣੋ, ਇਹ ਮੈਨੂੰ ਇਹਨਾਂ ਦੇ ਪਸੀਨੇ ਵਿੱਚੋਂ ਨਾ ਮੈਨੂੰ ਕਲਗੀਧਰ ਪਾਤਸ਼ਾਹ ਦੀ ਮਹਿਕ ਆਉਂਦੀ ਹੈ, ਤੁਸੀਂ ਰੱਖੋ ਆਪਦੇ ਡਾਲਰਾਂ ਵਾਲੇ, ਮੈਨੂੰ ਇਹੀ ਵਧੀਆ ਲੱਗਦੇ ਆ। ਸੋ ਅਕਾਲੀ ਦਲ ਦਾ ਅਕਾਲੀ ਹੋਣ ਦਾ ਤਾਂ ਅਰਥ ਹੀ ਬੜਾ ਵੱਡਾ ਹੁੰਦਾ ਸੀ, ਉਹ ਤਾਂ ਰਾਖਾ ਹੁੰਦਾ ਸੀ ਮਨੁੱਖਤਾ ਦਾ, ਤੇ ਅਕਾਲੀ ਦਲ ਦਾ ਅਰਥ ਬਦਲ ਦਿੱਤਾ, ਚੋਰ ਤੇ ਲਟੇਰਾ ਬਣਾ ਧਰਿਆ ਅਕਾਲੀ ਦਲ ਦਾ ਅਰਥ। ਤੇ ਹੁਣ ਗੱਲੀ ਬਾਤੀ ਮੈਂ ਵੱਡੀ ਤੇ ਕਰਤੂਤੀ ਵੱਡੀ ਜਠਾਣੀ, ਉਹ ਕੰਮ ਨਹੀਂ ਨਾ ਹੋਣਾ। ਗੱਲ ਤਾਂ ਇਹ ਆ ਕਿ ਦੁਨੀਆ ਜਾਣਦੀ ਆ ਸੋਸ਼ਲ ਮੀਡੀਆ ਦਾ ਜ਼ਮਾਨਾ। ਬਾਦਲ ਸਾਹਿਬ ਤੇ ਉਹਨਾਂ ਦੇ ਲੌਂਗਲਾਣੇ ਨੂੰ ਮੁਬਾਰਕਾਂ, ਉਹਨਾਂ ਨੂੰ ਪੂਰਾ ਹੱਕ ਵਾ ਝੂਠ ਤੂਫਾਨ ਬੋਲ ਕੇ ਆਪਦੀਆਂ ਭੜਾਸ ਜੀ ਕੱਢੀ ਜਾਣ ਦਾ ਵੀ ਜੀ ਭਾਜਪਾ ਨੂੰ ਅਸੀਂ ਬੜੀ ਅੱਜ ਹੁਣ ਆਪਸ ਵਿੱਚ ਕਰਦੇ ਹੋਣੇ ਆ ਬਈ ਬੰਬ ਭੁਲਾਤੇ, ਬੜੀ ਸੁਖਬੀਰ ਬਾਦਲ ਨੇ ਕਮਾਲ ਕਰਤਾ, ਦੇਖੀ ਸਟੇਟਮੈਂਟ ਆ, ਦੇਖ ਟਵੀਟ, ਤੇ ਉਹੋ ਜਿਹਾ ਲੌਂਗਲਾਣਾ ਮਗਰ ਲੱਗਿਆ ਹੋਇਆ। ਇੱਕ ਦਿਨ ਰਾਜਵਿੰਦਰ ਬੈਂਸ ਜਿਹੜਾ ਉਹ ਬੜੀ ਦਹਾਈ ਦੇ ਕੇ ਸਾਬਤ ਕਰਨ ਲੱਗਿਆ ਸੀ ਵੀ ਬਾਦਲ ਦਲ ਤਾਂ ਬਹੁਤ ਮਤਲਬ ਸਦੀ ਦਾ ਮਹਾਨ ਜਿਹੜਾ ਹੈਗਾ ਗੁਰਸਿੱਖ ਪਿਆਰਿਆਂ ਦਾ ਦਲ ਵਾ। ਸੋ ਇਹੋ ਜਿਹੇ ਦਰਬਾਰੀ ਬੰਦੇ ਟੱਕਰ ਜਾਂਦੇ ਹੁੰਦੇ ਆ, ਉਹਨਾਂ ਦਾ ਕੰਮ ਹੁੰਦਾ ਵਾ ਵੀ ਜਿੱਥੇ ਦੇਖੀਏ ਤਵਾ ਪਰਾਤ, ਪਰ ਹਕੀਕਤ ਇਹ ਆ ਕਿ ਇਤਿਹਾਸ ਵਿੱਚ ਇਹਨਾਂ ਦਾ ਜ਼ਿਕਰ ਉਵੇਂ ਨਹੀਂ ਹੋਣਾ ਜਿਵੇਂ ਰਾਜਵਿੰਦਰ ਬੈਂਸ ਕਹੀ ਜਾਂਦਾ, RS ਬੈਂਸ ਉਹਦਾ ਨਿੱਕੀ ਉਹਦਾ ਬੈਂਸ ਜਿਹੜਾ ਇਹਨਾਂ ਦਾ ਹੈਗਾ ਰੋਡਾ ਜਿਹਾ। ਤੋ ਇਹ ਸਾਰੇ ਜਿਹੜੇ ਲੋਕ ਨੇ ਇਹਨਾਂ ਦੇ ਰਾਹੀਂ ਨਹੀਂ, ਇਤਿਹਾਸ ਨੇ ਕਿਸੇ ਹੋਰ ਨਜ਼ਰੀਏ ਤੋਂ ਚੱਲਣਾ, ਤੇ ਇਤਿਹਾਸ ਇਹ ਜਾਣਦਾ ਹੈ ਕਿ ਪੰਥ ਨੂੰ, ਪੰਜਾਬ ਨੂੰ, ਕੌਮ ਨੂੰ ਕਿਸਾਨੀ ਦੇ ਉੱਤੇ ਆਏ ਇਸ ਸੰਕਟ ਦੇ ਖਿਲਾਫ ਲੜਨਾ ਤਾਂ ਪੈਣਾ, ਤੇ ਸਾਨੂੰ ਉਹ ਲੋਕ ਚੰਗੇ ਵੀ ਲੱਗਦੇ ਆ ਜਿਹੜੇ ਸਾਡੇ ਇਸ ਮੌਕੇ ਇਸ ਸੰਘਰਸ਼ ਦੀ ਹਮਾਇਤ ਕਰਦੇ ਆ। ਪਰ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਜਿਹੜੀ ਹਮਾਇਤ ਕਿਸਾਨੀ ਨੂੰ ਮਿਲ ਰਹੀ ਆ, ਉਹਦੇ ਬਾਰੇ ਤਾਂ ਇਹੀ ਕਹਿਣਾ ਬਣਦਾ ਕਿ ਮੁਝੇ ਡੂਬਨੇ ਸੇ ਤੂੰ मुझे बचा लेगा, मुझे यकीन है, मगर तेरा जे बचाना मुझे मार डालेगा। भी तू ना मेरी हमायत कर, तेरे ही हमायत नाल तां डुब्बे ही चंगे हैं। सो इन्नियां बेनतियां प्रवान करनियां, बोलदियां कोलों कोई शब्द उच्चा नीवां बोलिया गया होवे संगत बख्शणयोग है। फिर दर्शन करांगे जी, नानक नाम चढ़दी कला, तेरे पाने सरबत दा भला। वाहिगुरू जी का खालसा, वाहिगुरू जी की फतेह।